ਉਹਦਾ 5 ਅਧਿਆਏ ਉਹਦੀ 13 ਵਰਸ ਪਿਛਲੀ ਵਾਰੀ ਅਸੀਂ ਪਹਿਲਾਂ ਨਹੀਂ ਸੀ ਲਿਖ ਸਕੇ, ਸੋ ਸਾਰਿਆਂ ਨੂੰ ਕਨਫਿਊਜ਼ਨ ਹੋ ਗਿਆ ਸੀਗਾ। ਲੇਕਿਨ ਇਹ ਫਸਟ ਜੌਨ ਹੈ, ਉਹਦਾ ਚੈਪਟਰ 3 ਵਰਸ 5, ਪਹਿਲਾ यूहन्ना ਦਾ ਖੱਤ 3 ਅਧਿਆਏ ਉਹਦੀ 5 ਆਇਤ ਤੋਂ ਅਸੀਂ ਪੜ੍ਹਾਂਗੇ। ਪਹਿਲਾ यूहन्ना ਦਾ ਖੱਤ 3 ਅਧਿਆਏ ਉਹਦੀ 5 ਆਇਤ। ਇੰਨਾ ਟਾਈਮ ਨਾ ਵੀ ਲਾਇਆ ਕਰੋ। ਹਾਲੇਲੂਇਆ। ਪਹਿਲਾ यूहन्ना ਦਾ ਖੱਤ ਉਹਦੀ 5 ਅਧਿਆਏ ਦੀ 13 ਵਰਸ ਵੀ ਪੜ੍ਹਦੇ। ਅਨੰਤ ਜੀਵਨ ਕਹਿਣਾ ਦਾ ਜੀ, ਜਿਹੜੇ ਪਰਮੇਸ਼ਰ ਦੇ ਪੁੱਤਰ ਦੇ ਉੱਤੇ ਨਿਹਚਾ ਕਰਦੇ ਆ, ਯਕੀਨ ਰੱਖਦੇ ਆ, ਅਨੰਤ ਜੀਵਨ ਉਹਨਾਂ ਦਾ। ਹਾਲੇਲੂਇਆ। ਸੋ ਅਸੀਂ ਇਹਦੇ ਬਾਰੇ ਵਿਸਤਾਰ ਦੇ ਨਾਲ ਦੇਖਿਆ ਸੀ ਪਿਛਲੀ ਵਾਰੀ, ਔਰ ਕਾਫੀ ਪੁਆਇੰਟਾਂ ਦੇ ਉੱਤੇ ਅਸੀਂ ਗੌਰ ਕੀਤਾ ਸੀ, ਔਰ ਉਹਨਾਂ ਪੁਆਇੰਟਾਂ ਨੂੰ ਅਸੀਂ ਅੱਜ ਫਿਰ ਦੇਖਾਂਗੇ। ਔਰ ਅਗਲੀ ਵਾਰੀ ਫਿਰ ਤੁਹਾਡੇ ਕੋਲ ਪੁੱਛਿਆ ਜਾਊਗਾ ਵੀ ਤੁਸੀਂ ਇਹਨਾਂ 7 ਗੱਲਾਂ ਨੂੰ ਯਾਦ ਕੀਤਾ ਜਾਂ ਨਹੀਂ ਕੀਤਾ, ਕਿਉਂਕਿ ਬੁਨਿਆਦੀ ਉਪਦੇਸ਼ ਦੇ ਵਿੱਚ ਇਹ ਬੜਾ ਜ਼ਰੂਰੀ ਆ। ਕਿਉਂਕਿ ਬਪਤਿਸਮੇ ਦੇ ਸੰਬੰਧ ਵਿੱਚ ਅਗਰ ਸਾਡੇ ਨਾਲ ਕੋਈ ਗੱਲ ਕਰੇ ਤੇ ਸਾਨੂੰ ਉਹ 7 ਗੱਲਾਂ ਜਿਹੜੀਆਂ ਉਹ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ। ਹਾਲੇਲੂਇਆ। ਸੋ ਪੜ੍ਹਦੇ ਹਾਂ ਮੱਤੀ ਦੀ ਅੰਜੀਲ 18 ਅਧਿਆਏ ਉਹਦੀ 8 ਆਇਤ। ਮੈਂ ਉਹਦੇ ਹਿੰਦੀ 'ਚ ਪੜ੍ਹਦਾ, ਤੁਸੀਂ ਪੰਜਾਬੀ 'ਚ ਕੱਢ ਕੇ ਰੱਖੋ। ਮੱਤੀ ਦੀ ਅੰਜੀਲ 18 अध्याय ਉਹਦੀ 8 आयत। यदि तेरा हाथ या तेरा पाँव तुझे ठोकर खिलाए तो काट कर फेंक दे। अनंत जीवन ਉਹਨਾਂ ਦਾ ਆ ਜਿਹੜੇ ਮਸੀਹ ਯਿਸੂ ਦੇ ਉੱਤੇ ਵਿਸ਼ਵਾਸ ਕਰਦੇ ਆ। ਲੇਕਿਨ ਖਾਲੀ ਵਿਸ਼ਵਾਸ ਦੇ ਨਾਲ ਜਿਹੜਾ ਕੰਮ ਬਣਨ ਵਾਲਾ ਨਹੀਂ ਹੈ। ਜਿੱਦਾਂ ਅਸੀਂ ਪਿਛਲੀ ਵਾਰੀ ਸਿੱਖਿਆ ਸੀ, ਵਿਸ਼ਵਾਸ ਤੋਂ ਅੱਗੇ ਅਸੀਂ ਵਧਣਾ ਆ ਔਰ ਕੀ ਕਰਨਾ ਹੈ ਉਸ ਅਨੰਤ ਜੀਵਨ ਨੂੰ ਹਾਸਲ ਕਰਨ ਦੇ ਲਈ। ਲਿਖਿਆ यदि तेरा हाथ या तेरा पाँव तुझे ठोकर खिलाए, तेरा जे हथ या पैर भी तेन ठोकर खिलाता है तो की कर, तो काट कर फेंक दे। हालेलुया। की करना भला बोलो सारे ने पिछे, ताकि मैंने पता लगे तुम सुन रहे हो जो पढ़िया है। यदि तेरा हाथ पंजाबी तुम दसो ना, हाँ जी, जे तेरा हाथ या पैर की करे तेन ठोकर खिलावे तो की करना जी। इस हिसाब नाल संसार च टुंडे होने चाहिए सारे। हाँ जी, क्योंकि तो अक्सर ਜਿਹੜੇ ਸਾਡੇ ਪੈਰ ਤੇ ਸਾਡੇ ਹੱਥ ਕੀ ਕਰਦੇ, ਸਾਨੂੰ ਠੋਕਰ ਖਵਾਉਂਦੇ ਰਹਿੰਦੇ ਆ। ਸੋ ਜਿਵੇਂ ਅਸੀਂ ਜਾਣਦੇ ਆ ਕਿ ਵਚਨ ਦੇ ਜਿਹੜੇ ਸਾਰੇ ਭੇਤ ਆ ਉਹ ਜਿੱਥੇ ਸਰੀਰਕ ਤੌਰ ਦੇ ਉੱਤੇ ਉਹਦੀਆਂ ਉਦਾਹਰਨਾਂ ਆ, ਉਹਦੇ ਆਤਮਿਕ ਭੇਤ ਨੇ। ਹਾਲੇਲੂਇਆ। ਸੋ ਆਤਮਿਕ ਭੇਤ ਦਾ ਮਤਲਬ ਹੈਗਾ ਵੀ ਤੇਰਾ ਹੱਥ ਜਿਹੜਾ ਹੈ ਜੇ ਤੈਨੂੰ ਠੋਕਰ ਖਾਉਂਦਾ, ਮਤਲਬ ਇਹ ਹੱਥ ਬਾਜ ਨਹੀਂ ਨਾ ਆਉਂਦਾ ਤੇ ਕੀ ਕਰਨਾ ਭਲਾ, ਇਹਨੂੰ ਬੁਰੇ ਕੰਮਾਂ ਦੇ ਲਈ ਇਹ ਵੱਧਦਾ ਆ ਤੇ ਇਹਨੂੰ ਕੀ ਕਰਨਾ, ਕੱਟਣ ਦਾ ਮਤਲਬ ਹੈਗਾ ਉਹਨਾਂ ਪਾਸਿਓਂ ਤੋਂ ਇਹਨੂੰ ਕੱਟਣਾ ਆ, डिसकनैक्ट कर देना दूजे पासों। तो इनू किहदे वल लाउणा भला, ਉਹਦੇ ਵੱਲ ਲਾਉਣਾ ਆ ਜਿਹਦੇ ਵੱਲ ਲਾਇਆ ਹੋਇਆ ਇਹ ਹੱਥ ਜਿਹੜੇ ਆ ਆਸ਼ੀਸ਼ ਦਾ ਕਾਰਨ ਬਣਨ, ਬਰਕਤ ਦਾ ਕਾਰਨ ਬਣਨ ਔਰ ਨੇਕ ਕੰਮਾਂ ਨੂੰ ਕਰ ਸਕਣ। ਹਾਲੇਲੂਇਆ। ਜੇ ਕਹਿੰਦਾ ਤੇਰਾ ਪੈਰ ਵੀ ਗਲਤ ਰਸਤੇ ਉੱਤੇ ਤੈਨੂੰ ਲਿਜਾ ਰਿਹਾ ਤੇ ਕੀ ਕਰ, ਉਹਨੂੰ ਕੱਟ ਦੇ। ਆਤਮਿਕ ਗੱਲਾਂ ਆ ਜਿਹੜੀਆਂ ਆਤਮਿਕ ਲੋਕਾਂ ਦੇ ਲਈ ਆ ਔਰ ਆਤਮਿਕ ਲੋਕੀ ਜਦੋਂ ਇਹਨਾਂ ਗੱਲਾਂ ਨੂੰ ਸਮਝਣਗੇ ਤੇ ਫਿਰ ਉਹਦੇ ਵਿੱਚ ਤਰੱਕੀ ਪਾਉਣਗੇ। ਅੱਗੇ ਵਚਨ ਕਲੀਅਰ ਕੀ ਕਰਦਾ ਆ, ਕਹਿੰਦਾ ਟੁੰਡਾ ਜਾਂ ਲੰਗੜਾ ਹੋ ਕੇ जीवन में प्रवेश करना तेरे लिए इससे भला है कि तू 2 हाथ या 2 पाँव रहते हुए तू अनंत आग में डाला जाए। सो अज असीं देखते हैं संसार दे विच जिहड़ा आ तकरीबन जिहड़ा जोर दिता जा रहा है चंगियाइयां दे लई, आशीषां ते बरकतां दे लई आ। लेकिन वचन 2 तरह दे नाल इहनूं दसदा, एक ते इह भी जे ठोकर खवाउंदा है ते इहनूं की कर, कट दे, सुट दे, है ना। दूसरा इहदा भेद साडे सामणे इह भी आउंदा आ भी कई लोग जिहड़े आ ਉਹ ਲੰਗੜੇ ਆ ਔਰ ਕਈ ਲੋਕ ਜਿਹੜੇ ਆ ਉਹ ਟੁੰਡੇ ਆ ਔਰ ਕਈ ਵਾਰੀ ਉਹ ਖਾਦਮਾਂ ਦੇ ਕੋਲੋਂ ਪ੍ਰਾਰਥਨਾਵਾਂ ਕਰਾਉਣ ਦੇ ਲਈ ਚਲੇ ਜਾਂਦੇ ਆ ਵੀ ਖੁਦਾ ਤੇ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਆ ਤੇ ਫਿਰ ਖੁਦਾ ਸਾਡੇ ਕੱਟੇ ਹੋਏ ਪੈਰ ਨੂੰ ਵੀ ਤਾਂ ਪੂਰਾ ਲਾ ਸਕਦਾ, ਫਿਰ ਸਾਨੂੰ ਟੁੰਡਿਆਂ ਨੂੰ ਤਾਂ ਚੰਗਾ ਕਰ ਸਕਦਾ, ਕਿਉਂਕਿ ਤੁਸੀਂ ਤਾਂ ਕਹਿੰਦੇ ਹੋ ਨਾ ਵੀ ਖੁਦਾ ਸਮਰਥੀ ਖੁਦਾ ਆ ਤੇ ਸਭ ਕੁਝ ਕਰਨ ਦੀ ਕੁਦਰਤ ਰੱਖਦਾ। ਔਰ ਐਸੀ ਵੀ ਗੱਲ ਨਹੀਂ ਆ, ਸੰਸਾਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਐਸੇ ਵੀ ਕੰਮ ਹੋਏ ਆ ਵੀ ਜਿਨ੍ਹਾਂ ਦੀਆਂ ਲੱਤਾਂ ਛੋਟੀਆਂ ਸੀਗੀਆਂ ਉਹ ਲੱਤਾਂ ਪੂਰੀਆਂ ਬਰਾਬਰ ਹੋ ਗਈਆਂ। ਔਰ ਇਹੋ ਜਿਹਾ ਮੌਜਜ਼ਾ ਅਸੀਂ ਆਪਣੀਆਂ ਅੱਖਾਂ ਦੇ ਨਾਲ ਆਪਣੀ ਹੀ ਬਸੀ ਬਾਵਾ ਖੇਲ ਦੇ ਵਿੱਚ ਵੀ ਦੇਖਿਆ ਹੋਇਆ ਕਿ ਇੱਕ ਭਰਾ ਦੀ ਜਿਹੜੀ ਲੱਤ ਸੀਗੀ ਉਹ ਛੋਟੀ ਸੀ ਤੇ ਇੱਕ ਵੱਡੀ ਸੀਗੀ ਔਰ ਖੁਦਾ ਦੇ ਦਾਸ ਨੇ ਜਦੋਂ ਪ੍ਰਾਰਥਨਾ ਕੀਤੀ ਤਾਂ ਉਹਦੀ ਜਿਹੜੀ ਲੱਤ ਸੀਗੀ ਉਹ ਦੋਨੇ ਜਿਹੜੀਆਂ ਬਰਾਬਰ ਹੋ ਗਈਆਂ। ਸੋ ਖੁਦਾ ਆਪਣੀ ਕੁਦਰਤ ਨੂੰ ਦਿਖਾਉਣ ਦੇ ਲਈ ਸਮੇਂ ਦੇ ਉੱਤੇ ਕੰਮ ਕਰਦਾ ਰਹਿੰਦਾ ਆ। ਲੇਕਿਨ ਇੱਕ ਮਸੀਹੀ ਜੀਵਨ ਦੇ ਵਿੱਚ ਸਾਡਾ ਜਿਹੜਾ ਫਰਜ਼ ਕੀ ਹੈ ਵੀ ਅਸੀਂ ਇਹਨਾਂ ਗੱਲਾਂ ਦੇ ਉੱਤੇ ਲੱਗੇ ਨਹੀਂ ਰਹਿਣਾ।
एक बारी लत्त ठीक हो गई, बाद में फिर ट्रेन के थले आके कट्टी गई, तो फिर असीं उदा ही लत्त लैके पादरी के कोल जी आ फिर सीधी कर दो, वड्डी कर दो। सो बार बार वो अपनी लत्तां बाहां नहीं दिखाते रहना, वो कोई वैद नहीं गे। सो की आ उन्होंने कल ही खुदा ने ठहराया कि वो लोग अनंत जीवन पाउण, हमेशा की जिंदगी पाउण। सो जिन्होंने वो कुदरत ने एक बार देख लिया आ, उन्होंने लिए हुण वचन दसदा आ भी साडा जिहड़ा अगला काम की है। और वचन ये भी दसदा आ कि हरेक टुंडा जिहड़ा वो चंगा नहीं कीता जाना, ते ना हरेक लंगड़ा जिहड़ा चलाया जाना। जिथे वचन ये समझाउंदा ना भी लुंडे लंगड़े जिहड़े आ चंगे कीते गए आ, उत्थे नाल वचन ये भी दसदा भी सारे चंगे भी नहीं कीते जाने। जदों यसु मसीह सुलेमान के दलान के उत्ते गया आ, तो उत्थे असीं कई बार सीख चुके हैं भी वो रोगियां का कुंड सीगा, एक मेला लगाया सी उत्थे रोगियां का, पर 38 साल का एको बीमार चंगा किया गया, बाकी कोई चंगा नहीं किया गया। एक जगह से लिखा प्रभु यसु मसीह एक नगर के गया, उत्थे बहुत सारे मरीज सीगे, बहुत सारे रोगी लोग सी, पर यसु मसीह ने जिन्होंने चंगे होने की लोड़ सी उन्होंने चंगिया किया, बाकियों ने नहीं किया। यदा मतलब साढ़े सामने खुल के आउंदा आ कि अगर असीं मसीहत नूं सिर्फ इन्हां चीज़ों के उत्ते ला बैठीए तो फिर साढ़े नालों मेरा ख्याल है भी मूर्ख कोई गिनीदा नहीं। क्यों अज असीं बड़े बड़े वड्डे वड्डे सेवकां देख रहे हैं। कल मैं इंडिया के मतलब कहण दा भाव जिहड़े की कहंदे पॉपुलर सेवक ने जिहड़े पुराने समयां तो चले आ रहे हैं, उन्होंने मैं देख रहा सी, तो मैं सोच रहा चलो नविਆਂ दी तो कोई गल नहीं, बेचारिਆਂ नूं वचन का ज्ञान नहींगा। वचन के विच अजे असीं उन्हां नूं न्याणे समझते हैं, इस करके उन्हां दीयां गलतियां नूं असीं नज़रअंदाज कर दिंदे भी कोई गल नहीं, अजे सिੱਖਦੇ पए आ ते सिੱਖ जाणगे हौली हौली। पर हुण जिहड़े सिੱਖੇ होए आ समय हो गए आ, उन्हां दा बाप भी सेवा दे विच सी, आप भी सेवा दे विच आ, ते उम्र लंघ गई है। बचपन तो ही हत्थ विच बाइबल लैके चलण वाला बंदा भी हुण फेसबुक ते आ गए, अजे भी उही काम करी जा रहा। आओ जी किहनूं दुआ की जरूरत आ, मैं भविष्यवाणियां करदा किहनूं बरकत मिलन जा रही है, किहनूं आशीष मिलन जा रही है, किहड़ा बीमार चंगा होण जा रहा, प्रभु मैनूं दिखा रहा फलाने नगर 'च एक बीमार बैठा है, फलानी थां ते एक लाचार बैठा है, फलानी थां ते एक लोड़वंद बैठा है, फलानी थां ते एक कर्जे तो छुटकारा पाउणा चाहुंदा है। सो मेरे कहण तो भाव आ भी की असीं सारी उम्र लोकां नूं इन्हां छुटकारिਆਂ बारे दसी जाना जां इन्हां छुटकारिਆਂ तो अगे लैके आपां जाना लोकां नूं। ये छुटकारे प्रभु ने जीवन च कर दिते सी, अपने आप को सिद्ध किया कि मैं हैगा हाँ, जिहड़ा काम वो सोच नहीं सी सकते प्रभु ने जीवन च किया है, तो उन्हें पता लग गया भी प्रभु हैगा आ, तो हुण उन्होंने असली मकसद तो जाणू कराउणा। तो हुण इदां दे अभिषिक्त दास जिन्होंने असीं समझते हैं, जे ओह एडियां एडियां गलतियां करेंगे तो कलीसिया का की बनूगा। सो वचन दे इत्थे भी दसदा टूंडा या लंगड़ा होकर जीवन में प्रवेश करना तेरे लिए चंगी गल आ। की है भला हुण एक ते टूंडा ठीक हो गया तो एक टूंडा नहीं ठीक होया, जिहड़ा टूंडा नहीं ठीक होया उहदे लई वचन भला की कहंदा पिया। एक टूंडा जिहड़ा ठीक हो गया वो तो दिंदा गवाही भी आ देखो ही प्रभु ने किड्डी वड्डी रहम किया। दूजा टूंडा भी आया सी, उन्होंने देख लिया ना एक दे उत्ते रहम हो गया, हुण उस टूंडे दे लई आ जिहड़ा नहीं सही होया। ते टूंडा की करदा भला, वो कहना नहीं जी तुहाडा परमेश्वर पक्षपात करदा, उहनूं ठीक कर दिता तो मैनूं। दूजा टूंडा तो यही सोच के जाऊगा ना भी उहनूं ठीक कर दिता तो मैनूं ठीक नहीं कीता, ते इह उहदे लई की बनूगी भला, ठोकर का कारण बनूगा कि नहीं होगा। तुसीं कहंदे परमेश्वर पक्षपात नहीं करता, मेरे नाल कीता, एक टूंडा ठीक हो गया तो एक नहीं होया। सो जदों असीं इस चीज़ वाल देखते हैं तो फिर वचन सानूं ये समझाउंदा आ भी जिहड़ा ते टूंडा ठीक किया गया वो तो दवे गवाही भी मैनूं की कीता प्रभु यसु मसीह ने ठीक किया है, तो सिद्ध किया कि मैं शाफी दाता हैगा है ना। तो दूजे टूंडे दे लई वचन की कहंदा आ, तैनूं भी टेंशन लैण की जरूरत नहीं, परमेश्वर की इच्छा है, तेरे बनाउण वाले की इच्छा है, उन्हें तेनूं इदां दा रखना है, तेनूं कोई इतराज नहीं। हाँ जी दुकान तो भांडे लैके आते ना, असीं 2 डब्बे लैके आते, एक किचन च रख लिया, एक बाथरूम च रख लिया, बाथरूम वाला रोज़ इतराज करे तुसीं मैनूं गंदगी च कल ही रखिया। असीं मालक है ना, असीं लैके आंदा, साडी मर्जी, असीं एक नूं बाथरूम च रखीए तो एक नूं मटीरियल तो उही लगा दोनों नूं। हाँ जी प्लास्टिक का बने हैं दोनों ही, एक नूं किचन च रख लिया तो एक नूं कित्थे रखिया, मालक की मर्जी है, मालक की मर्जी सी, एक नूं दोनों नूं टुंडे पैदा किया है, एक टुंडे नूं चंगा कर दिता है, एक नूं उदां रखिया। हुण जिन्हों उदां रखिया उहदे लई वचन दिलासा दिंदा है, उस टुंडे दे लई वचन की दसदा है, कहंदा भी तू इस चंगे होए वाल ना, इहने अगे जाके पता नहीं की करना है। ये जदों तक ते टुंडा सी उदों तक ते अपने आप नूं लाचार समझदा सीगा ते चुपचाप बैठा ही, कई गुनाहां तो बचा होया सीगा। हुण अगे जाके इहने सही दौड़नी है कि नहीं, इहदा कोई पता नहीं। ते आपां मसीहत च देखदे ही हां, चंगे हो के लोकां ने की खोना खोया, जिन्हां नूं चंगियाईयां मिलियां की कर लिया उन्हां ने। अज जिंदगी जिहड़ी है पहलां नालों भी ज़्यादा पाप करन डई है।
ਅੰਨੇ ਨੂੰ ਅੱਖਾਂ ਮਿਲ ਗਈਆਂ ਸੀਗੀਆਂ ਤੇ ਹੁਣ ਜਨਾਹਕਾਰੀ ਕਰਨ ਡਿਆ ਆ। ਉਹ ਚੰਗਾ ਹੁੰਦਾ ਅੰਨਾ ਹੀ ਰਹਿੰਦਾ। ਅਸੀਂ ਤੇ ਉਹ ਗਵਾਹੀ ਬਰਦਵਾਲੀ ਸਟੇਜ ਦੇ ਉੱਤੇ ਆ ਕੇ ਆਹ ਦੇਖੋ ਜੇ ਅੰਨਾ ਸੀ ਜਮਾਂਦਰੂ ਤੇ ਯਿਸੂ ਮਸੀਹ ਨੇ ਕੀ ਕੀਤਾ, ਚੰਗਾ ਕੀਤਾ। ਤੇ ਹੁਣ ਕਿੱਥੇ ਜਾਂਦਾ ਕੋਠੇ ਵਾਲੀ ਦੇ ਕੋਲ, ਹੁਣ ਕਿੱਥੇ ਜਾਂਦਾ ਕਲੱਬ ਦੇ ਵਿੱਚ, ਹੁਣ ਕਿੱਥੇ ਜਾਂਦਾ ਬੁਰੀਆਂ ਲਾਲਸਾਵਾਂ ਦੇ ਵਿੱਚ। ਤੇ ਇੰਨਾ ਚੰਗਾ ਤੇ ਅੰਨਾ ਰਹਿੰਦਾ ਚੰਗਾ ਸੀਗਾ, ਕਈ ਪਾਪਾਂ ਤੋਂ ਬਚਿਆ ਰਹਿੰਦਾ। ਤੇ ਫਿਰ ਅਸੀਂ ਗਵਾਹੀ ਕਾਹਦੀ ਦਵਾਈ ਭਲਾ। ਤੇ ਹੁਣ ਬਚਨ ਕੀ ਕਹਿੰਦਾ, ਅੰਨੇ ਲਈ ਹੁਣ ਬਚਨ ਆ, ਅੰਨੇ ਦੀ ਤਸੱਲੀ ਦੇ ਲਈ ਤੇ ਅੰਨੇ ਦੇ ਦਿਲਾਸੇ ਲਈ ਹੈ। ਤੇ ਅੱਜ ਪੰਗਾ ਕਿੱਥੇ ਪੈ ਗਿਆ ਆ, ਅਸੀਂ ਉਹ ਜਿਹੜਾ ਜਿੱਥੇ ਜਾ ਕੇ ਨਾ ਲੋਕਾਂ ਦੇ ਵਿੱਚ ਵਾਹ ਵਾਹ ਖੱਟੀ ਜਾਣੀ ਆ, ਉਹ ਅਸੀਂ ਪੁਆਇੰਟ ਦੱਸਣਾ ਲੋਕਾਂ ਨੂੰ ਖੁੱਬ ਹਵਾ ਕੇ, ਦੇਖੋ ਜੀ ਅੰਨਾ ਚੰਗਾ ਹੋ ਗਿਆ। ਉਸ ਅੰਨੇ ਬਾਰੇ ਦੇਖਣਾ, ਦੇਖੋ ਜੀ ਇੱਕ ਆ ਵੀ ਅੰਨਾ ਆ, ਇਹਨੂੰ ਰੱਬ ਨੇ ਚੰਗਾ ਨਹੀਂ ਕੀਤਾ, ਪਰ ਇਹਦਾ ਭਰੋਸਾ ਕੀ ਆ। ਇਹ ਅੰਨਾ ਹੋਣ ਦੇ ਬਾਵਜੂਦ ਬੱਚੇ ਨੂੰ ਪੜ੍ਹ ਨਹੀਂ ਸਕਦਾ, ਲੇਕਿਨ ਸੁਣ ਸਕਦਾ। ਦੇਖੋ ਇਹ ਰੋਜ਼ ਸੁਣਦਾ ਹੈ। ਤੇ ਹੁਣ ਮੁਬਾਰਕ ਅੰਨਾ ਕਿਹੜਾ ਹੋਊਗਾ ਭਲਾ, ਜਿਹੜਾ ਸਜਾਕਾ ਹੋਇਆ ਕਿ ਜਿਹੜਾ ਅੰਨਾ ਹੋ ਕੇ ਵੀ ਸਹੀ ਚੱਲਣ ਡਿਆ ਉਹ। ਤੇ ਵਚਨ ਇਹਦੇ ਬਾਰੇ ਫਿਰ ਕੀ ਦੱਸਦਾ ਆ, ਕਹਿੰਦਾ ਟੁੰਡਾ ਹੋ ਕੇ ਸਵਰਗ ਦੇ ਰਾਜ 'ਚ ਜਾਣਾ ਤੇਰੇ ਲਈ ਚੰਗਾ ਆ। ਉੱਥੇ ਥੋੜੀ ਟੁੰਡਾ ਟਾਂਡਾ ਹੋਣਾ, ਆਤਮਾ ਨਹੀਂ ਟੁੰਡੀ। ਟੁੰਡਾ ਕੌਣ ਹੈ ਭਲਾ, ਬੋਲੇ ਟੁੰਡਾ ਕੀ ਹੈ ਭਲਾ, ਟੁੰਡਾ ਤੇ ਸਰੀਰ ਹੈ, ਆਤਮਾ ਥੋੜੀ ਟੁੰਡੀ ਆ। ਆਤਮਾ ਤੇ ਜਿੱਦਾਂ ਦੀ ਟੁੰਡੇ ਦੇ ਵਿੱਚ ਆ ਤੇ ਉਦਾਂ ਦੀ ਚੰਗੇ ਭਲੇ ਦੇ ਵਿੱਚ ਹੈ। ਤੇ ਉਹਦੇ ਰਾਜ 'ਚ ਕਿਹਨੇ ਜਾਣਾ, ਉਹਦੇ ਰਾਜ 'ਚ ਆਤਮਾ ਨੇ ਬਣਨਾ, ਸਰੀਰ ਨੇ ਥੋੜੀ। ਕਹਿੰਦਾ ਤੂੰ ਮਿੱਟੀ ਵਿੱਚੋਂ ਕੱਢਿਆ ਗਿਆ ਤੇ ਮਿੱਟੀ ਦੇ ਵਿੱਚ ਮਿਲ ਜਾਣਾ ਆ। ਇਹ ਤੇ ਜਿੱਥੋਂ ਲਿਆ ਆ ਉੱਥੇ ਹੀ ਚੱਲ ਜਾਣਾ, ਤੇ ਆਤਮਾ ਜਿੱਥੋਂ ਆਇਆ ਉੱਥੇ ਜਾਣਾ। ਹਾਂਜੀ, ਦੋਨਾਂ ਦਾ ਇੱਕ ਸਥਾਨ ਆ। ਆਤਮਾ ਨਾ ਕਦੇ ਟੁੰਡਾ ਹੋਇਆ ਤੇ ਨਾ ਕਦੇ ਟੁੰਡਾ ਹੋ ਸਕਦਾ ਹੈ। ਲੇਕਿਨ ਵਚਨ ਇਹ ਵੀ ਦੱਸਦਾ ਕਈ ਆਤਮਿਕ ਤੌਰ ਤੇ ਵੀ ਟੁੰਡੇ ਆ। ਇਹ ਸਰੀਰਕ ਤੌਰ ਤੇ ਟੁੰਡੇ ਪਾਣੇ ਤੋਂ ਚੰਗੇ ਹੋ ਗਏ ਆ, ਲੇਕਿਨ ਆਤਮਾ ਵਿੱਚ ਅਜੇ ਵੀ ਕੀ ਹੈ ਭਲਾ, ਕੁਬੜੀ ਔਰਤ ਸਿੱਧੀ ਹੋ ਗਈ ਆ। ਸਰੀਰਕ ਤੌਰ ਤੇ ਅਸੀਂ ਦੇਖਦੇ ਵੀ 18 ਸਾਲ ਦੀ ਕੁਬੜੀ ਔਰਤ ਕੀ ਹੋਈ ਭਲਾ, ਸਿੱਧੀ ਹੋ ਗਈ। ਲੇਕਿਨ ਉਹ ਆਤਮਿਕ ਤੌਰ ਤੇ ਕੁੱਬੀ ਰਵੇ ਤੇ ਫਿਰ ਕੀ ਫਾਇਦਾ। ਤੇ ਅੱਜ ਲੋਕ ਕੀ ਹੋਏ ਆ, ਸਰੀਰਕ ਤੌਰ ਤੇ ਕੁੱਬਿਓਂ ਸਿੱਧੇ ਹੋ ਗਏ ਆ, ਲੇਕਿਨ ਆਤਮਾ ਵਿੱਚ ਅਜੇ ਵੀ ਕੁੱਬੇ ਹੀ ਆ। ਤੇ ਆਤਮਾ ਦਾ ਇਨਸਾਫ ਹੋਣਾ, ਆਤਮਾ ਨੂੰ ਅਨੰਤ ਜੀਵਨ ਮਿਲਣਾ। ਅਨੰਤ ਜੀਵਨ ਦੇ ਬਾਰੇ ਅਸੀਂ ਸਿੱਖਦੇ ਪਏ ਹਾਂ। ਆਤਮਾ ਨੇ ਅਨੰਤ ਜੀਵਨ ਪਾਉਣਾ, ਸਰੀਰ ਦੇ ਲਈ ਅਨੰਤ ਜੀਵਨ ਨਹੀਂਗਾ। ਸਰੀਰ ਦਾ ਤੇ ਇੱਕ ਸਮਾਂ ਠਹਿਰਾਇਆ ਹੋਇਆ, ਇਹਨੇ ਖਤਮ ਹੋਣਾ ਆ। ਇਹ ਭਾਵੇਂ 100 ਸਾਲ ਬਾਅਦ ਹੋਏ, ਭਾਵੇਂ 200 ਸਾਲ ਬਾਅਦ ਹੋਏ, ਤੇ ਭਾਵੇਂ 50 ਸਾਲਾਂ ਬਾਅਦ ਹੀ ਹੋ ਜਾਵੇ, ਇਹਦਾ ਕੋਈ ਪਤਾ ਨਹੀਂ ਹੈ। ਲੇਕਿਨ ਆਤਮਾ ਦੇ ਲਈ ਸਾਰਾ ਸਿਸਟਮ ਪਰਮੇਸ਼ਰ ਨੇ ਬਣਾਇਆ। ਤੇ ਆਤਮਿਕ ਤੌਰ ਤੇ ਅਸੀਂ ਨਵਾਂ ਜਨਮ ਪਾਇਆ, ਤੇ ਆਤਮਾ ਨੇ ਹੀ ਉਹਦੇ ਅਨੰਤ ਰਾਜ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਤੇ ਸਾਰਾ ਕੁਝ ਫਿਰ ਕਿਹਦੇ ਲਈ ਹੋ ਗਿਆ, ਆਤਮਾ ਦੇ ਲਈ ਹੋ ਗਿਆ। ਤੇ ਹੁਣ ਅਸੀਂ ਦੇਖਦੇ ਹਾਂ ਵੀ ਅੰਨਾ ਜਿਹੜਾ ਚੰਗਾ ਹੋ ਕੇ ਜੇ ਤੇ ਕਰੇ ਧਰਮ ਦੇ ਕੰਮ, ਜੇ ਤੇ ਆਪਣੀਆਂ ਅੱਖਾਂ ਲਗਾਵੇ ਫਿਰ ਪ੍ਰਭੂ ਯਿਸੂ ਮਸੀਹ ਵੱਲ, ਜਿੱਥੇ ਲਿਖਿਆ ਵਚਨ ਦੇ ਵਿੱਚ ਵੀ ਇਮਾਨ ਦੇ ਕਰਤਾ ਤੇ ਪੂਰਾ ਕਰਨ ਵਾਲੇ ਯਿਸੂ ਮਸੀਹ ਦੇ ਵੱਲ ਦੇਖਦੇ ਰਹੋ। ਜੇ ਤੇ ਅੰਨਿਓ ਸਜਾਕਾ ਹੋ ਕੇ ਪ੍ਰਭੂ ਯਿਸੂ ਮਸੀਹ ਵੱਲ ਨਜ਼ਰਾਂ ਲਾਈ ਬੈਠਾ ਆ, ਤੇ ਫਿਰ ਤੇ ਹੈਗਾ ਇਹਦੇ ਸਜਾਕੇ ਹੋਣ ਦਾ ਫਾਇਦਾ। ਤੇ ਜੇ ਇਹਨੇ ਸਜਾਕੇ ਹੋ ਕੇ ਪਾਪ ਹੀ ਕਰਨਾ, ਜਨਾਹਕਾਰੀ ਕਰਨੀ ਹੈ, ਤੇ ਫਿਰ ਇਹ ਤੋਂ ਚੰਗਾ ਤੇ ਫਿਰ ਵਚਨ ਕੀ ਦੱਸਦਾ, ਫਿਰ ਚੰਗਾ ਸੀਗਾ ਵੀ ਇਹ ਅੰਨਾ ਹੀ ਰਹਿੰਦਾ, ਕਈ ਸਾਰੇ ਪਾਪਾਂ ਤੋਂ ਬਚਿਆ ਰਹਿੰਦਾ। ਬੋਲਾ ਇਨਸਾਨ ਕਿੰਨੇ ਪਾਪਾਂ ਤੋਂ ਬਚਿਆ ਰਹਿੰਦਾ, ਕਿਉਂਕਿ ਸੁਣਦਾ ਹੀ ਨਹੀਂਗਾ। ਬੋਲੇ ਇਨਸਾਨ ਨੂੰ ਚੁਗਲੀ ਸੁਣਨ ਦਾ ਮੌਕਾ ਨਹੀਂ ਮਿਲਣਾ, ਤੇ ਇਹ ਘੱਟੋ ਘੱਟ ਚੁਗਲੀ ਵਾਲੇ ਪਾਪ ਤੋਂ ਤੇ ਬਚਿਆ। ਤੇ ਜੇ ਅਸੀਂ ਗੂੰਗੇ ਆ, ਹਾਂਜੀ, ਬੋਲਣ ਵਾਲੇ ਪਾਪ ਤੋਂ ਬਚੇ ਹੋਏ ਆ। ਘੱਟੋ ਘੱਟ ਜਿਹੜਾ ਬੋਲ ਕੇ ਅਸੀਂ ਪਾਪ ਕਰਦੇ ਉਹ ਤੇ ਨਾ ਕਰਾਂਗੇ, ਉਹ ਤੋਂ ਬਚ ਗਏ ਆ। ਤੇ ਫਿਰ ਵਚਨ ਦੇ ਅਨੁਸਾਰ ਜੇ ਆਤਮਿਕ ਰੀਤੀ ਨਾਲ ਦੇਖੀਏ ਤੇ ਗੂੰਗਾ ਫਿਰ ਬੋਲਣ ਵਾਲੇ ਨਾਲ ਵਧੀਆ ਨਹੀਂ। ਹਾਂਜੀ, ਗੂੰਗਾ ਤੇ ਫਿਰ ਵਧੀਆ ਹੋਇਆ ਨਾ। ਜਿਹੜਾ ਅਸੀਂ ਬੋਲ ਕੇ ਪਾਪ ਰੋਜ਼ ਕਰਦੇ ਆ, ਗੂੰਗਾ ਉਹ ਪਾਪ ਨਹੀਂ ਕਰਦਾ। ਅੰਨਾ ਉਹ ਪਾਪ ਨਹੀਂ ਕਰਦਾ ਜਿਹੜਾ ਅਸੀਂ ਅੱਖਾਂ ਹੁੰਦਿਆਂ ਹੋਇਆਂ ਪਾਪ ਕਰਦੇ ਆ। ਬੋਲਾ ਉਹ ਪਾਪ ਨਹੀਂ ਕਰਦਾ ਜਿਹੜਾ ਅਸੀਂ ਸੁਣ ਕੇ ਕਰਦੇ ਆ, ਹਨਾ। ਤੇ ਜੇ ਮੰਦ ਬੁੱਧੀ ਹੋਵੇ ਤੇ ਫਿਰ ਸਾਰੀਆਂ ਚੀਜ਼ਾਂ ਤੋਂ ਬਚਿਆ। ਤੇ ਸੰਸਾਰ ਉਹਨੂੰ ਕੀ ਕਹਿੰਦਾ ਭਲਾ, ਸਾਡੇ ਉੱਥੇ ਕਹਿੰਦੇ ਆ ਜੀ, ਅੰਗਰੇਜ਼ੀ 'ਚ ਕਹਿ ਦੇਣਗੇ ਐਬਨੋਰਮਲ। ਇੱਥੇ ਕਹਿ ਕੇ ਦਿਖਾਓ ਤੇ ਭਲਾ ਐਬਨੋਰਮਲ ਤੁਹਾਨੂੰ ਮਾਰਨ ਨੂੰ ਫਿਰਦੇ ਹਨਾ। ਇੱਥੇ ਬੱਚੇ ਨੂੰ ਐਬਨੋਰਮਲ ਕਹੋ, ਤੁਹਾਡੇ ਗੱਲ ਪੈ ਜਾਂਦੇ ਆ। ਖਾਸ ਕਰਕੇ ਜੇ ਮਾਂ ਪਿਓ ਬੱਚਾ ਆਪਣੇ ਬੱਚੇ ਲਈ ਐਬਨੋਰਮਲ ਸ਼ਬਦ ਇਸਤੇਮਾਲ ਕਰੇ ਨਾ, ਉਹ ਕਹਿੰਦੇ ਤੇਰਾ ਦਿਮਾਗ ਖਰਾਬ ਆ, ਤੈਨੂੰ ਪਤਾ ਨਹੀਂ ਤੂੰ ਕੀ ਕਹਿ ਰਿਹਾ। ਤੇ ਇੱਥੇ ਭਲਾ ਕੀ ਕਹਿੰਦੇ ਜੀ, ਇਹ ਕੀ ਹੈ ਭਲਾ, ਸਪੈਸ਼ਲ ਚਾਈਲਡ। ਇਹਦੇ ਲਈ ਸਪੈਸ਼ਲ ਚਾਈਲਡ ਕਰ ਲਈ। ਸਾਡੇ ਇੰਡੀਆ 'ਚ ਤਾਂ ਤਰਸ ਖਾਂਦੇ ਆ, ਹਾਂ ਕਿੱਦਾਂ ਦਾ ਇਹ, ਹਾਂ ਜੇ ਕਿਤੇ ਇੱਦਾਂ ਹੁੰਦਾ, ਹਾਂ ਜੇ ਕਿਤੇ ਚੰਗਾ ਹੁੰਦਾ, ਤਰਸ ਖਾਂਦੇ ਆ। ਤੇ ਆਤਮਿਕ ਤੌਰ ਤੇ ਉਹ ਸਾਡੇ ਉੱਤੇ ਤਰਸ ਖਾ ਰਿਹਾ ਹੁੰਦਾ, ਕਹਿੰਦਾ ਪੁੱਤ ਸਵਰਗ ਦਾ ਰਾਜ ਮੇਰਾ ਤੇਰਾ ਨਿਗਾ। ਕਿਉਂ ਭਲਾ, ਕਿਉਂਕਿ ਸਾਨੂੰ ਬੁੱਧ ਆ ਤੇ ਅਸੀਂ ਬੁੱਧ ਦੇ ਨਾਲ ਪਾਪ ਕਰਦੇ ਹਾਂ। ਉਹਨੂੰ ਕੋਈ ਬੁੱਧ ਹੀ ਹੈ ਨਹੀਂ, ਪਾਪ ਕੀ ਹੈ ਉਹਨੂੰ ਪਤਾ ਹੀ ਨਹੀਂ। ਪਸ਼ੂ ਵੀ ਨਹੀਂ ਉਹ ਦੱਸਦੇ ਨਾ
कहते जिदन अजो नजर ना आया समझ लो रैप्चर हो गया उन्होंने ये नहीं कहा जिदन पास फिनी नजर ना आया उदन समझो रैप्चर हो गया ना। ईवन वो धर्म की जिंदगी जीते हुए भी उन्होंने अपने वाल नहीं इशारा किया कि जिदन मैं नजर ना आया समझो रैप्चर हो गया। की कहते भला कहते जिदन एजो के नजर ना आया उदन समझो रैप्चर। सब तो वड्डी निशानी होनी जिदन निशान उठना है एजो कितने गया, कपड़े उत्थे होने तो एजो गैब विचों। हाँ जी, तो फिर मुबारक जिंदगी केड़ी हुई भला है? जिन्होंने संसार मंद बुद्धि कहता परमेश्वर उन्होंने पूरी बुद्ध वाला समझता। हाँ जी, तो फिर लिखा भी भले नूं चुनना ना, तो भला की है इंसान दे लई? भला कहता यह आ भी टूंडा होवे ते स्वर्ग दे राज जावे, लंगड़ा होवे ते स्वर्ग दे राज। हुण ये प्रचार करेंगे फिर लोगों ने मगर नहीं लगना, फिर भीड़ नहीं बदनी। हाँ जी, फिर भीड़ नहीं ना बदनी, फिर लोगों को कह के लवांगे। दूजिया गल्लां ते सानू पहले यकीन है भी दूजिया गल्लां ते लोगों ने यकीन करना ही नहीं। जो कहें कलाम सुन लो, पता नहीं कलाम सुनना भी है किसी ने कि औखा लगता ना काम, लेकिन उत्थे ही भुल जाने इसे वचन के नाल ही सारा कुछ खड़ा किया है। जो यूनीवर्सल एडे 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 वड्डे ग्रह जिहड़े आ वो अपनी जगह तो टस तो मस नहीं होंदे, एक इंच भी इधर उधर नहीं होंदे, उसे वचन के नाल आ। जिस वचन के इन्नी ताकत है, जिस वचन के द्वारा खुदा ने सारा काम किया है, उस वचन के उत्ते साडा भरोसा नहीं कि वचन सुना के भी किसी को प्रभु यसु मसीह के कोल लिआंदा जा सकता है ना। यही वचन जो सुनाया गया तो लोगों में लैके गए ना, इसे वचन को काम करदे हैं फिर देखा गया। पहला की उन्होंने किया, पहला वो गैर कौमां दे विचों आए मौजजे देख के, आशीषां बरकतां देख के वो बने ईसाई। की बने भला? मसीही नहीं बने, की बने भला? तो खुदा ने हुण सानू गल नहीं चुनिया, कहंदा इन्हां ईसाइयां नूं हुण मसीह बनाओ। ये पहला काले हनेरे चों निकले तो चिट्टे हनेरे च फस गए। कित्थों निकले भला? काले हनेरे चों निकले तो हुण कित्थे आ गए भला? ये हुण चिट्टे च फस गए। चिट्टे हनेरे का इलाज है नहीं, अजे तक कोई इदां दी लाइट नहीं काम करती जिहड़ी चिट्टे हनेरे च काम करे। धुंद च तो पता ना किदां गड्डियां च गड्डियां वजदियां, हैगा वो भी हनेरा ही है, पर किहड़ा भला? वो चिट्टा हनेरा। काले का तो इलाज है लैंड लूट के नाल काम हो जाता, लेकिन चिट्टे का जो गड्डी अगली जाके वजदी उदे पता लगता वज गई। ये हाल ही अज जेडे निकल के आए ना आशीषां ते बरकतां ते टूंडियां टांडियां तो चंगे हो गए, इन्हां दा हाल इदां दा भी काले हनेरे जो निकले चिट्टे हनेरे दे विच। ते चिट्टा हनेरा एडा खतरनाक है, ये समझदे असीं रोशनी दे विच पर हैगे दिसदा इत्थे पहलां ते माड़ा मोटा रोशनी कोई दिखा दिंदा ते दिसदा सीगा, ते हुण चिट्टे हनेरे दे विच रोशनी की जरूरत नहीं समझते तो देखना पसंद करते नहीं। तो इसे वचन में जो लोगों के लैके गए वचन भी उही सीगा, तो असीं भी पहले इहो कुछ ही करते ना, जो बिमार बूना चंगे करते हैं ना, तो लोग मगर भी चलते सी। जदों फिर वचन नूं लैके चले आ तो हुण देखते हैं भी पहला साडा की विचार हुंदा सीगा वचन दे नाल शायद काम ओना नहीं होना। साडा विचार सीगा वचन दे नाल शायद काम ओना नहीं होना, तो इस करके फिर साढ़े को उदाहरण भी होंदियां सीगियां। लो जी मसीह विच लिआउण दे लई फिर जिद्दां आपां मच्छी नूं फड़ना है तो कुंडी नूं गंडोआ लावांगे तो मच्छी खाण आऊगी फसूगी तो फिर उन्हूं छिलांगे ना। हाँ जी, तो गंडोया हुण असीं कहंदे चंगाइयां चुंगाइयां आशीषां बरकतां दी गल करो तो गंडोए वांग लोकां नूं खिच के लिआओगे। उन्होंने चंगा गंडोए की आदत पाई, वो हुण गंडोया ही लभदे पे। वो हर ऐतवार की लभदे भला? हुण गंडोए मुक गए, हुण दोबारा बारिश होवे ते गंडोए बनन, है ना। गंडोए मुक गए पर इन्हां दी लालसा मुकी नहीं। तो फिर चंगा सी ना भी गंडोया पहले ना लाया हुंदा, पहले खाली कुंडी दे नाल ही फड़ी हुंदी ते नज़ारा तो फिर सीगा। ते वचन की कुंडी है नहीं ना, तो जे वचन की कुंडी सुट के फड़ी हुंदी ते फिर इन्हें गंडोया नहीं सी लभना, फिर इन्हें कुंडी वाला लभना सी। ये किहड़ा महारथी सीगा भी जिन्हें गंडोए तो बिना ही मैनूं फड़ लिया। जबरदस्त कौन होया भला? गंडोए के नाल ते हरेक को फड़ सकदा, मजा तो तां गंडोए तो बिना फड़ो। बस भी नहीं उदाहरण दिंदे ना, कहंदे ये हैगा एप्पल का फोन, इन्हां नूं एक दे नाल एक फ्री ऑफर लाउण दी जरूरत, इन्हां नूं एक नाल एक लाउण दी नहीं, जां एक लो तो दूजा अद्धे रेट के उत्ते, इन्हां नूं इदां दी ऑफर लाउण दी जरूरत। ये नाल कोई ऑफर दिंदे भी नहीं कि उदां भी नहीं कहंदे भी चलो कोई तुहानूं नाल सहूलत देने क्यों। तो फिर सब तो खतरनाक भला की है गल, सारे फोनां दे नालों महंगा भी है, सारे फोनां दे नालों महंगा है। जिद्दां लॉन्च होना हुंदा लोकां दीयां रात नूं लाइनां लगियां हुंदियां,
ਪਹਿਲਾਂ ਮੈਂ ਲੈਣਾ। ਕਾਹਦੇ ਨਹੀਂ ਭਲਾ? ਮਾਰਕੀਟ ਦੇ ਵਿੱਚ ਸੁਪਰ ਚੀਜ਼ ਆ ਰਹੀ ਆ ਤੇ ਡਿਸਕਾਊਂਟ, ਰੇਟ ਵੀ ਬਾਕੀਆਂ ਨਾਲੋਂ ਮਹਿੰਗਾ, ਡਿਸਕਾਊਂਟ ਵੀ। ਇਹਨਾਂ ਦਾ ਦਿਮਾਗ ਖਰਾਬ। ਇਹ ਦੂਜਿਆਂ ਵਾਂਗੂ ਕਿਉਂ ਨਹੀਂ ਕਰਦੇ? ਜ਼ਿਆਦਾ ਸੇਲ ਹੋ ਸਕਦੀ ਹੈ। ਉਹਨਾਂ ਨੂੰ ਪਤਾ ਸਾਡੀ ਚੀਜ਼ ਖਰੀ ਆ, ਇਹਦੇ 'ਚ ਵਾਇਰਸ ਆਉਣ ਵਾਲਾ ਨਹੀਂ ਹੈ। ਔਰ ਲੋਕਾਂ ਨੂੰ ਪਤਾ ਇਹ 'ਚ ਵਾਇਰਸ ਨਹੀਂ ਹੋਣਾ, ਇਸ ਕਰਕੇ ਉਹਨਾਂ ਦੀਆਂ ਚੀਜ਼ਾਂ ਕੀ ਹੋਣੀਆਂ ਭਲਾ? ਸੇਫ ਹੋਣੀਆਂ, ਤੇ ਲੋਕੀ ਇਹਨੂੰ ਹਰ ਕੀਮਤ ਤੇ ਲੈਣ ਲਈ ਤਿਆਰ ਹੋਣਗੇ। ਇਸ ਕਰਕੇ ਵਚਨ 'ਚ ਲਿਖਿਆ ਨਾ, ਇੱਕ ਵਪਾਰੀ ਭਾਰੇ ਮੁੱਲ ਦੇ ਮੋਤੀ ਦੀ ਤਲਾਸ਼ ਦੇ ਵਿੱਚ ਸੀਗਾ। ਬਾਕੀ ਸਭ ਕੁਝ ਸੀਗਾ, ਪਰ ਭਾਰੇ ਮੁੱਲ ਦਾ ਮੋਤੀ ਲੱਭਦਾ ਸੀਗਾ ਤੇ ਲੱਭਿਆ ਨਹੀਂ ਉਹਨੂੰ। ਤੇ ਜਿੱਦਣ ਲੱਭਿਆ ਉਦਣ ਕੀ ਕੀਤਾ? ਲਿਖਿਆ ਆਪਣਾ ਸਭ ਕੁਝ ਵੇਚਿਆ ਤੇ ਉਸ ਭਾਰੇ ਮੁੱਲ ਦੇ ਮੋਤੀ ਨੂੰ ਖਰੀਦ ਲਿਆ। ਇਹਦਾ ਮਤਲਬ ਉਹਨੂੰ ਮੋਤੀ ਦੀ ਕਦਰ ਆ, ਤੇ ਉਹਨੂੰ ਇਹ ਪਤਾ ਮੇਰਾ ਸਭ ਕੁਝ ਵੀ ਵੇਚ ਕੇ ਅਗਰ ਇਹ ਮੋਤੀ ਮਿਲ ਜਾਵੇ ਤੇ ਮੈਨੂੰ ਸਸਤਾ ਆ। ਉਸੇ ਤਰ੍ਹਾਂ ਵਚਨ 'ਚ ਲਿਖਿਆ, ਜੇ ਤਾਂ ਆਪਣਾ ਪ੍ਰਾਣ ਵੀ ਤੈਨੂੰ ਤਿਆਗ ਕੇ ਪ੍ਰਭੂ ਯਿਸੂ ਮਸੀਹ ਮਿਲ ਜਾਵੇ ਤੇ ਸਸਤਾ ਆ। ਹਾਲੇਲੂਇਆ। ਇਹ ਅਨੰਤ ਜੀਵਨ ਇਦਾਂ ਮਿਲਣ ਵਾਲਾ ਥੋੜੀ ਹੈ ਜਿੱਦਾਂ ਲੋਕਾਂ ਨੇ ਭਾਲਿਆ ਹੋਇਆ। ਇਹ ਅਨੰਤ ਜੀਵਨ ਸ਼ਿਫਾਵਾਂ ਦੇ ਵਿੱਚੋਂ ਦੀ ਨਹੀਂ ਸਿਰਫ ਮਿਲਣਾ, ਔਰ ਸਿਰਫ ਸ਼ਾਫੀ ਦਾਤਾ ਮੰਨ ਕੇ ਅਨੰਤ ਜੀਵਨ ਦੇ ਵਿੱਚ ਵੀ ਅਸੀਂ ਦਾਖਲ ਨਹੀਂ ਹੋ ਸਕਦੇ। ਅਸੀਂ ਜਿੱਥੇ ਸ਼ਾਫੀ ਦਾਤਾ ਮੰਨਣਾ ਆ, ਉੱਥੋਂ ਵੱਧ ਉਹਨੂੰ ਮਾਫੀ ਦਾਤਾ ਮੰਨ ਕੇ ਚੱਲਣਾ ਆ। ਜਦੋਂ ਅਸੀਂ ਉਹਨੂੰ ਮਾਫੀ ਦਾਤਾ ਮੰਨ ਕੇ ਚੱਲਣਾ ਆ, ਤੇ ਫਿਰ ਇਹ ਮੰਨ ਕੇ ਚੱਲਣਾ ਅਨੰਤ ਜੀਵਨ ਉਸੇ ਮਾਫੀ ਦਾਤਾ ਦੇ ਅੰਦਰ ਆ। ਤੇ ਜੇ ਅਸੀਂ ਉਹਦੇ ਨਾਲ ਚੱਲਾਂਗੇ ਤੇ ਫਿਰ ਅਨੰਤ ਜੀਵਨ ਆ, ਨਹੀਂ ਤੇ ਫਾਇਦਾ ਕੋਈ ਨਹੀਂ ਹੋਣਾ ਚੰਗਿਆਈ ਲੈਣ ਦਾ ਵੀ। ਅੱਖਾਂ ਹੋ ਕੇ ਵੀ ਨਰਕ ਦੇ ਵਿੱਚ ਗਏ ਤੇ ਫਿਰ ਫਾਇਦਾ ਕੀ? ਉਹਦੇ ਨਾਲ ਕੀ ਵਚਨ ਦੱਸਦਾ? ਚੰਗਾ ਹੁੰਦਾ ਕਿ ਤੂੰ ਅੰਨਾ ਹੀ ਹੁੰਦਾ। ਘੱਟੋ ਘੱਟ ਤੂੰ ਉਹਦੇ ਰਾਜ ਦੇ ਵਿੱਚ ਤੇ ਦਾਖਲ ਹੁੰਦਾ। ਤੇ ਉਹ ਆਤਮਾ ਤੇ ਅੰਨੀ ਨਹੀਂ ਨਾ। ਆਤਮਾ ਨਹੀਂ ਅੰਨਾ, ਸਰੀਰ ਅੰਨਾ ਆ। ਆਤਮਾ ਨਹੀਂ ਟੁੰਡਾ, ਸਰੀਰ ਟੁੰਡਾ ਆ, ਹਨਾ। ਆਤਮਾ ਨਹੀਂ ਲੰਗੜਾ, ਸਰੀਰ ਲੰਗੜਾ ਆ। ਤੇ ਸਾਡਾ ਜ਼ੋਰ ਕਿਤੇ ਦਿੱਤਾ ਹੋਇਆ ਭਲਾ? ਸਾਰਾ ਸਰੀਰ ਦੇ ਉੱਤੇ ਟਿਕੇ ਹੋਏ ਆ ਵੀ ਇਹਦੇ ਨਾਲ ਹੀ ਸਾਰਾ ਕੁਝ ਸਿਸਟਮ ਹੋ ਜਾਵੇ। ਤੇ ਜਦ ਕਿ ਵਚਨ 'ਚ ਸਾਫ਼ ਲਿਖਿਆ, ਤੂੰ ਮਿੱਟੀ ਦੇ ਵਿੱਚੋਂ ਕੱਢਿਆ ਗਿਆ ਤੇ ਮਿੱਟੀ ਦੇ ਵਿੱਚ। ਤੇ ਫਿਰ ਮਿੱਟੀ ਦੇ ਤਮਾਨ ਕਾਹਦਾ? ਮਿੱਟੀ ਉੱਤੇ ਘਮੰਡ ਕਾਹਦਾ ਹੈ? ਤੇ ਮਿੱਟੀ ਉੱਤੇ ਕਿੰਨੇ ਕਿੰਨੇ ਲੋਕਾਂ ਨੇ ਦੋਹੇ ਬਣਾਏ, ਕਿੰਨੀਆਂ ਲੋਕਾਂ ਨੇ ਕਾਫੀਆਂ ਲਿਖੀਆਂ ਹੋਈਆਂ ਨਾ। ਤੇ ਫਿਰ ਵੀ ਬੰਦਾ ਸਮਝਦਾ ਨਹੀਂ ਆ। ਔਰ ਜਿਹਨਾਂ ਨੇ ਲਿਖੀਆਂ ਹੋਈਆਂ ਉਹਨਾਂ ਦੇ ਵਿਚਾਰਿਆਂ ਨੇ ਲਿਖੀਆਂ ਹੀ ਆ, ਉਹਨਾਂ ਨੇ ਆਪਣੇ ਉੱਤੇ ਲਾਗੂ ਲਿਖ ਗਏ ਚੰਗੀਆਂ ਚੰਗੀਆਂ ਗੱਲਾਂ, ਪਰ ਲਾਗੂ ਨਹੀਂ ਕੀਤੀਆਂ। ਪ੍ਰਭੂ ਯਿਸੂ ਮਸੀਹ ਨੇ ਚੰਗੀਆਂ ਗੱਲਾਂ ਕਹੀਆਂ ਨਹੀਂ, ਬਲਕਿ ਕਰਕੇ ਦਿਖਾਈਆਂ। ਔਰ ਸਾਡੇ ਅੱਗੇ ਪਰਮੇਸ਼ਵਰ ਨੇ ਇੱਕ ਆਦਰਸ਼ ਰੱਖਿਆ, ਇੱਕ ਨਮੂਨਾ ਰੱਖਿਆ। ਇਹਦੀ ਪੈੜ ਦੇ ਉੱਤੇ ਤੁਸੀਂ ਚੱਲਣਾ ਆ। ਜਿਹੜਾ ਇਹਦੀ ਪੈੜ ਦੇ ਉੱਤੇ ਚੱਲੂਗਾ ਅਨੰਤ ਜੀਵਨ ਉਹਦਾ ਆ। ਜਿਹੜਾ ਇਹਦੀ ਪੈੜ ਉੱਤੇ ਨਹੀਂ ਚੱਲਦਾ ਅਨੰਤ ਜੀਵਨ ਉਹਦਾ। ਕੱਲ ਮੈਨੂੰ ਲੋਕੀ ਤਕਰੀਬਨ ਵੀਡੀਓ ਭੇਜਦੇ ਹੁੰਦੇ ਆ, ਜਦੋਂ ਕੋਈ ਮਸੀਹਤ ਦੇ ਖਿਲਾਫ ਕੋਈ ਕੰਮ ਹੁੰਦਾ ਨਾ, ਤਕਰੀਬਨ ਮੈਨੂੰ ਹੀ ਆਉਂਦੀ ਹੁੰਦੀ ਪਹਿਲਾਂ ਵੀਡੀਓ। ਤੇ ਉਹਨਾਂ ਪਤਾ ਤਸੱਲੀ ਬਖਸ਼ ਜਿਹੜਾ ਸਵਾਲ ਦਾ ਜਵਾਬ ਇਹ ਦਿੰਦੇ, ਬਾਕੀ ਦੇ ਵਿਚਾਰੇ ਪਾਦਰੀ ਕਈ ਤੇ ਦੋਗਲੇਪਨ ਵਿੱਚ ਉੱਦਾਂ ਹੀ ਨਹੀਂ ਬੋਲਦੇ, ਤੇ ਕਈ ਵੈਸੇ ਡਰਦੇ ਆਪਾਂ ਕੀ ਲੈਣਾ ਦੇਣਾ ਵੀ ਕੋਈ ਸਾਡੇ ਉੱਤੇ ਹਮਲਾ ਨਾ ਕਰਦੇ। ਕੱਲ ਇੱਕ ਪੰਡਿਤ ਜੀ ਦੀ ਮੈਨੂੰ ਕਿਸੇ ਨੇ ਵੀਡੀਓ ਭੇਜੀ ਹੈ, ਤੇ ਉਹਦੇ ਨਾਲ ਕੋਈ ਬੱਚਾ ਸਵਾਲ ਕਰ ਰਿਹਾ ਧਰਮ ਕਰਮ ਦੇ ਉੱਤੇ, ਵੀ ਕਰਮ ਜਿਹੜਾ ਨਾ ਉਹ ਕਰਨਾ ਚਾਹੀਦਾ ਆ ਤੇ ਧਰਮ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਧਰਮ ਪਾਪ ਕਰਾਉਂਦਾ, ਧਰਮ ਗੁਨਾਹ ਕਰਾਉਂਦਾ। ਤੇ ਆਪਣੇ ਧਰਮ ਦੀ ਪਰਿਭਾਸ਼ਾ ਵਿੱਚ ਸਮਝਾਉਂਦਾ ਆ। ਤੇ ਉਹ ਦੱਸਣਾ ਚਾਹੁੰਦਾ ਪੰਡਿਤ ਵੀ ਧਰਮ ਜਿਹੜਾ ਨਾ ਹਿੰਦੂ ਧਰਮ ਆ, ਬਾਕੀ ਮਜ਼ਹਬ ਆ। ਧਰਮ ਕੀ ਹੈ ਭਲਾ? ਹਿੰਦੂ ਧਰਮ ਆ, ਬਾਕੀ ਮਜ਼ਹਬ ਆ। ਕ੍ਰਿਸਚਨ ਮਜ਼ਹਬ ਆ, ਮੁਸਲਮਾਨ ਮਜ਼ਹਬ ਆ, ਸਿੱਖ ਮਜ਼ਹਬ ਆ, ਤੇ ਹਿੰਦੂ ਕੀ ਆ? ਆਪਣੇ ਮੂੰਹ ਮੀਆਂ ਮਿੱਠੂ, ਮਤਲਬ ਕੋਈ ਮਾੜੀ ਗੱਲ ਨਹੀਂ ਆਪਣੇ ਧਰਮ ਨੂੰ ਚੰਗਾ ਕਹਿਣਾ। ਪਰ ਉਹਨੂੰ ਤਾਂ ਇਹ ਵੀ ਨਹੀਂ ਪਤਾ ਧਰਮ ਤੇ ਹੁੰਦਾ ਹੀ ਨਹੀਂ। ਜਿਸ ਧਰਮ ਦੇ ਉੱਤੇ ਐਡਾ ਵੱਡਾ ਭਾਸ਼ਣ ਦੇ ਗਿਆ, ਧਰਮ ਤੇ ਹੈ ਹੀ ਨਹੀਂਗਾ। ਹਿੰਦੂ ਧਰਮ ਨਹੀਂ, ਮੁਸਲਮਾਨ ਧਰਮ ਨਹੀਂ, ਸਿੱਖ ਧਰਮ ਨਹੀਂ, ਈਸਾਈ ਧਰਮ ਤੇ ਹੈ ਹੀ ਨਹੀਂਗਾ। ਧਰਮ ਤੇ ਪਰਮੇਸ਼ਵਰ ਦਾ ਇੱਕ ਗੁਣ ਆ ਜਿਹੜਾ ਉਹਦੇ ਵਿੱਚ ਵਾਸ ਕਰਦਾ ਹੈ। ਤੇ ਪਰਮੇਸ਼ਵਰ ਨੇ ਤਾਂ ਇਨਸਾਨ ਨੂੰ ਬਣਾਇਆ, ਪਰਮੇਸ਼ਵਰ ਨੇ ਧਰਮ ਨਹੀਂ ਬਣਾਇਆ। ਤਾਂ ਦੱਸਣਾ ਚਾਹੁੰਦਾ ਕ੍ਰਿਸ਼ਨ ਨੇ ਧਰਮ ਬਣਾਇਆ, ਹਿੰਦੂ ਧਰਮ ਕ੍ਰਿਸ਼ਨ ਨੇ ਬਣਾਇਆ, ਉਹਨੇ ਧਰਮ ਨੂੰ ਗਾਇਆ ਆ। ਤੇ ਯਿਸੂ ਮਸੀਹ ਦੇ ਬਾਰੇ ਦੱਸਦੇ, ਕਹਿੰਦਾ ਯਿਸੂ ਮਸੀਹ ਬਾਰੇ ਬਾਈਬਲ ਕੀ ਦੱਸਦੀ? ਉਹ ਸਾਰੇ ਅੱਗੇ ਪੁੱਛਦੇ, ਕਹਿੰਦੇ ਪਰਮੇਸ਼ਵਰ ਦਾ ਪੁੱਤਰ। ਤੇ ਕਹਿੰਦਾ ਤੁਸੀਂ ਕੌਣ ਹੋ? ਉਹ ਕਹਿੰਦੇ ਅਸੀਂ ਪਰਮੇਸ਼ਵਰ ਦੇ ਪੁੱਤਰ। ਤੇ ਕਹਿੰਦਾ ਫਿਰ ਤੁਹਾਡੇ 'ਚ ਯਿਸੂ ਮਸੀਹ 'ਚ ਫਰਕ ਕੀ? ਵੀ ਤੁਸੀਂ ਵੀ ਪਰਮੇਸ਼ਵਰ ਦੇ ਪੁੱਤਰ ਹੀ ਹੋ ਤੇ ਯਿਸੂ ਮਸੀਹ ਵੀ ਪਰਮੇਸ਼ਵਰ ਦਾ ਪੁੱਤਰ ਹੀ ਆ। ਤੇ ਮੈਨੂੰ ਕਹਿੰਦੇ ਇਹਦਾ ਜਵਾਬ ਦਿਓ। ਤੇ ਮੈਂ ਕਿਹਾ ਜਵਾਬ ਤਸੱਲੀਆਂ ਦੇਵਾਂਗੇ, ਪਰ ਵਧੀਆ ਢੰਗ ਦੇ ਨਾਲ ਜਿਹੜਾ ਕ੍ਰਿਸਚਨਾਂ ਨੂੰ ਫਾਇਦਾ ਹੋਵੇ। ਅਸੀਂ ਹਿੰਦੂਆਂ ਨੂੰ ਖਿਲਾਫ ਨਹੀਂ ਕਰਨਾ, ਕ੍ਰਿਸਚਨਾਂ ਨੂੰ ਸਮਝਾ ਲਵਾਂਗੇ ਵੀ ਇਹਦਾ ਫਾਇਦਾ ਕੀ ਹੈ। ਪਰਮੇਸ਼ਵਰ ਦਾ ਪੁੱਤਰ ਯਿਸੂ ਮਸੀਹ ਨੂੰ ਕਿਹਾ ਗਿਆ, ਤੇ ਪਰਮੇਸ਼ਵਰ ਦਾ ਪੁੱਤਰ ਨਹੀਂ ਕਿਹਾ ਗਿਆ, ਬਲਕਿ ਕੀ ਕਿਹਾ ਗਿਆ? ਪਰਮੇਸ਼ਵਰ ਨੇ ਜਗਤ ਦੇ ਨਾਲ ਐਸੀ ਮੁਹੱਬਤ ਕੀਤੀ ਕਿ ਉਹਨੇ ਕਿੰਨੇ ਪੁੱਤਰ ਦਿੱਤੇ? ਤੇ ਜੇ ਬਾਕੀ ਪੁੱਤਰ ਹੁੰਦੇ ਫਿਰ ਇਕਲੌਤਾ ਹੁੰਦਾ। ਇਹਦਾ ਮਤਲਬ ਅਸੀਂ ਪੁੱਤਰ ਨਹੀਂ ਆ। ਉੱਦਾਂ ਆਪਣੇ ਮਨ ਨੂੰ ਤਸੱਲੀ ਦੇਣ ਦੇ ਲਈ ਵੀ ਸਾਡਾ ਕ੍ਰੀਏਟਰ ਆ ਤੇ ਕ੍ਰੀਏਟਰ ਦੀ ਅਸੀਂ ਸੰਤਾਨ ਆ, ਉਹ ਅਲੱਗ ਗੱਲ ਆ। ਪੁੱਤਰ ਦੇ ਕੁਝ ਫਰਜ਼ ਆ। ਜਿਹੜਾ ਪੁੱਤਰ ਆ ਉਹਦੇ ਕੀ ਆ ਭਲਾ?
ਪੁੱਤਰ ਦੇ ਕੁਝ ਫਰਜ਼ ਆ ਤੇ ਉੱਥੇ ਇਹ ਨਹੀਂ ਲਿਖਿਆ ਗਿਆ ਵੀ ਬਾਕੀ ਤੁਸੀਂ ਵੀ ਪੁੱਤਰ ਸੀ ਪਰ ਤੁਹਾਡੇ ਵਿੱਚੋਂ ਯਿਸੂ ਮਸੀਹ ਸਪੈਸ਼ਲ ਪੁੱਤਰ ਆ। ਇਹ ਸ਼ਬਦ ਨਹੀਂ ਆਇਆ, ਸ਼ਬਦ ਆਇਆ ਵਚਨ ਦੇ ਵਿੱਚ, ਪਰਮੇਸ਼ਵਰ ਨੇ ਜਗਤ ਨਾਲ ਐਸੀ ਮੁਹੱਬਤ ਕੀਤੀ, ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਕੋਈ ਉੱਤੇ ਵਿਸ਼ਵਾਸ ਕਰੇ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਇਹ ਜ਼ਿੰਦਗੀ ਯਿਸੂ ਮਸੀਹ ਦੇ ਵਿੱਚ ਆ। ਸਾਡੇ ਵਿੱਚ ਜ਼ਿੰਦਗੀ ਹੈਗੀ, ਸਾਨੂੰ ਤੇ ਆਪਣੀ ਜ਼ਿੰਦਗੀ ਦੇ ਭਰੋਸਾ ਨੇ। ਹਾਂਜੀ, ਰਾਤ ਨੂੰ ਸੋਈਦਾ ਪਤਾ ਨਹੀਂ ਸਵੇਰੇ ਉੱਠਣਾ ਵੀ ਹੈਗੇ ਨਹੀਂ ਉੱਠਣਾ, ਕਦੋਂ ਹਾਰਟ ਅਟੈਕ ਹੋ ਜਾਣਾ, ਕਦੋਂ ਬ੍ਰੇਨ ਟਿਊਮਰ ਦਾ ਪਤਾ ਲੱਗ ਜਾਣਾ, ਕਦੋਂ ਬ੍ਰੇਨ ਹੈਮਰੇਜ ਹੋ ਜਾਣਾ, ਪਤਾ ਸਾਨੂੰ ਕੁਝ ਵੀ ਨਹੀਂ ਆ। ਲੇਕਿਨ ਯਿਸੂ ਮਸੀਹ ਪੁੱਤਰ ਆ ਤੇ ਉਸ ਪੁੱਤਰ ਦੇ ਵਿੱਚ ਕੀ ਆ ਭਲਾ? ਉਸ ਪੁੱਤਰ ਦੇ ਵਿੱਚ ਕੀ ਆ? ਸਾਡੇ ਵਿੱਚ ਹੈਗਾ, ਉਸ ਪੁੱਤਰ ਦੇ ਵਿੱਚ ਅਨੰਤ ਜੀਵਨ ਆ। ਇਸ ਲਈ ਉਹ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਆ। ਪਰਮੇਸ਼ਵਰ ਨੇ ਸਭ ਕੁਝ ਉਹਦੇ ਹੱਥ ਦੇ ਵਿੱਚ ਕੀਤਾ ਆ। ਸਾਡੇ ਹੱਥ ਦੇ ਵਿੱਚ ਹੈਗਾ। ਡਾਕਟਰ ਨੂੰ ਇੰਨੀ ਸਮਝ ਦੇ ਦਿੱਤੀ ਹੈ ਲੇਕਿਨ ਡਾਕਟਰ ਫਿਰ ਵੀ ਚਾਹ ਕੇ ਕਿਸੇ ਦੀ ਐਕਸਪਾਇਰੀ ਡੇਟ ਨੂੰ ਅੱਗੇ ਪਿੱਛੇ ਕਰ ਸਕਦਾ। ਬਾਅਦ ਹੱਥ ਖੜੇ ਕਰਦਾ, ਕਹਿੰਦਾ ਹੁਣ ਤੇ ਦੁਆ ਕਰ ਲਓ, ਰੱਬ ਕੁਛ ਕਰ ਦੇ ਤੇ ਠੀਕ ਆ, ਨਹੀਂ ਤੇ ਸਾਡੇ ਵੱਸ ਦਾ ਕੰਮ। ਤੇ ਜਦੋਂ ਯਿਸੂ ਮਸੀਹ ਦੇ ਨਾਂ 'ਚ ਪ੍ਰਾਰਥਨਾ ਕੀਤੀ ਜਾਂਦੀ ਉਦੋਂ ਇਹ ਥੋੜ੍ਹੀ ਕਹੀਦਾ ਰੱਬ ਦੇ ਹੱਥ ਵਾਸੇ ਆ। ਉਦੋਂ ਕਹੀਦਾ ਯਿਸੂ ਮਸੀਹ ਨੇ ਹੁਣ ਆਪਣੇ ਜਲਾਲ ਨੂੰ ਪ੍ਰਗਟ ਕਰਨਾ ਆ। ਤੇ ਉਦੋਂ ਕੀ ਕਹੀਦਾ? ਓਏ ਮੁਰਦੇ ਉੱਠ। ਕਿਹਦੇ ਨਾਂ 'ਚ ਭਲਾ? ਜਿਹਦੇ ਨਾਮ ਦੇ ਵਿੱਚ ਜੀਵਨ ਆ, ਜਿਹੜਾ ਜੀਵਨ ਦੇਣ ਦੀ ਕੁਦਰਤ ਰੱਖਦਾ ਆ। ਤੇ ਮੈਂ ਸੋਚਦਾ, ਮੈਂ ਕਿਹਾ ਇਸ ਪੰਡਿਤ ਜੀ ਨੂੰ ਪੁੱਛੇ, ਤੂੰ ਇਦਾਂ ਦਾ ਜੀਵਨ ਕਿਸੇ ਨੂੰ ਦੇ ਸਕਦਾ? ਤੂੰ ਤੇ ਪੰਡਿਤ ਆ ਜਿਹਨੂੰ ਘਮਾਂਡੇ ਆ ਵੀ ਮੇਰਾ ਧਰਮ ਸਭ ਤੋਂ ਸ੍ਰੇਸ਼ਟ ਆ। ਵੀ ਸਨਾਤਨ ਧਰਮ ਦੀ ਗੱਲ ਕਰ ਲੈਂਦੇ ਆ ਵੀ ਸਾਡਾ ਪੁਰਾਣਾ ਧਰਮ ਆ। ਤੇ ਮੈਂ ਪੁੱਛਦਾ ਆ ਵੀ ਇੱਕ ਔਰਤ ਤੇ ਇੱਕ ਮਰਦ ਦੇ ਵਿੱਚੋਂ ਸਾਰੇ ਨਿਕਲ ਕੇ ਆਏ, ਪੁਰਾਣਾ ਧਰਮ ਸਨਾਤਨ ਕਿਹੜਾ ਹੋਇਆ ਜੀ? ਸਾਰੇ ਸਨਾਤਨੀ ਆ। ਜਦੋਂ ਪੈਦਾ ਹੀ ਇੱਕ ਤੋਂ ਹੋਏ ਆ ਤੇ ਫਿਰ ਸਾਰੇ ਕੌਣ ਆ ਭਲਾ? ਪੁਰਾਣਾ ਤੇ ਫਿਰ ਕੋਈ ਵੀ ਨਾ ਹੋਇਆ। ਤੇ ਫਿਰ ਤੁਸੀਂ ਕਿੱਦਾਂ ਕਹਿੰਦੇ ਹੋ ਸਾਡਾ ਪੁਰਾਣਾ? ਤੁਸੀਂ ਕਿੱਦਾਂ ਕਹਿੰਦੇ ਹੋ ਸਨਾਤਨੀ? ਸਰਦਾਰ ਨਹੀਂ ਕਹਿੰਦੇ ਅਵਲੁੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਣ ਬੰਦੇ? ਉਹ ਵੀ ਤੇ ਕਹਿੰਦੇ ਨਾ। ਤੇ ਜਦੋਂ ਉਹ ਕਹਿੰਦੇ ਇਹਦਾ ਮਤਲਬ ਉਹ ਵੀ ਇਸ ਚੀਜ਼ ਦੇ ਉੱਤੇ ਮੋਹਰ ਲਾਉਂਦੇ ਆ ਵੀ ਇੱਕੋ ਤੋਂ ਆਏ ਆ। ਠੀਕ ਹੈ, ਇਹਨਾਂ ਦੇ ਵੀ ਵੇਦ ਗ੍ਰੰਥ ਕਹਿੰਦੇ ਇੱਕੋ ਤੋਂ ਹੀ ਆਏ ਆ, ਕੁਰਾਨ ਵੀ ਕਹਿੰਦਾ ਇੱਕੋ ਤੋਂ ਆਇਆ ਤੇ ਬਾਈਬਲ ਵੀ ਕਹਿੰਦਾ ਇੱਕੋ ਤੋਂ ਆਈ ਹੈ। ਤੇ ਫਿਰ ਪੁਰਾਣਾ ਕਿਹੜਾ ਹੋਇਆ ਜੀ? ਫਿਰ ਤੁਸੀਂ ਕਿਹੜਾ ਦਾਵਾ ਕਰਦੇ ਹੋ ਸਾਡਾ ਸਨਾਤਨੀ ਹੈ ਤੇ ਤੁਹਾਡਾ ਨਹੀਂਗਾ ਸਨਾਤਨੀ? ਸਪੈਰੇ ਜੀ ਜੋ ਅਸੀਂ ਸਿੱਖ ਰਹੇ ਹਾਂ ਵੀ ਖੁਦਾਵੰਦ ਖੁਦਾ ਦੇ ਨਾਮ ਦੇ ਵਿੱਚ ਕੁਦਰਤ, ਅਨੰਤ ਜੀਵਨ ਕਿਹਦੇ ਨਾਮ ਦੇ ਵਿੱਚ? ਯਿਸੂ ਮਸੀਹ ਦੇ ਨਾਮ ਦੇ ਵਿੱਚ। ਤੇ ਅਸੀਂ ਕਾਹਦੇ ਲਈ ਆਏ ਹਾਂ? ਸਾਨੂੰ ਨਹੀਂ ਮਤਲਬ ਸਾਡੇ ਟੁੰਡੇਪਣ ਤੋਂ ਸਾਨੂੰ ਠੀਕ ਕਰੇ ਤੇ ਭਾਵੇਂ। ਅਸੀਂ ਇਸ ਲਈ ਨਹੀਂ ਆਏ ਵੀ ਅਸੀਂ ਟੁੰਡਿਆਂ ਤੋਂ ਚੰਗੇ ਹੋਣਾ ਆ। ਅਸੀਂ ਇਸ ਲਈ ਆਏ ਹਾਂ ਉਹ ਅਨੰਤ ਜੀਵਨ ਜਿਹੜਾ ਮਸੀਹ ਯਿਸੂ ਦੇ ਵਿੱਚ ਆ ਉਹਨੂੰ ਮੈਂ ਪ੍ਰਾਪਤ ਕਰਨਾ। ਹਾਲੇਲੂਇਆ। ਇਸੇ ਕਰਕੇ ਅਗਿਆਨਤਾ ਦੇ ਸਮਿਆਂ ਦੇ ਵਿੱਚ ਸਾਨੂੰ ਥੋੜੀ ਬਹੁਤੀ ਬਿਮਾਰੀ ਹੁੰਦੀ ਤੇ ਕੀ ਕਰਦੇ ਸੀ ਭਲਾ? ਹਾਂਜੀ, ਜਾਂ ਤੇ ਆਪ ਦੁਆ ਕਰਦੇ ਸੀ, ਫਿਰ ਜਾਂ ਦੁਆ ਕਰਨ ਵਾਲੇ ਨੂੰ ਲੱਭਦੇ ਸੀਗੇ। ਜ਼ਿਆਦਾਤਰ ਤੇ ਲੱਭਦੇ ਸੀਗੇ ਵੀ ਫਲਾਣੇ ਕੋ ਬੜੀ ਚੰਗੀ ਸ਼ਿਫਾ ਮਿਲ ਜਾਂਦੀ ਹੈ ਤੇ ਉਹਦੇ ਕੋਲ ਫਟਾਫਟ ਚੱਲਦੇ ਹਨ। ਤੇ ਹੁਣ ਨਹੀਂ ਜਾਂਦੇ। ਜਦੋਂ ਵਚਨ ਦਾ ਗਿਆਨ ਹੋ ਗਿਆ ਹੁਣ ਕਿਉਂ ਨਹੀਂ ਜਾਂਦੇ? ਹੁਣ ਕਿਉਂ ਨਹੀਂ ਪਾਸਟਰਾਂ ਨੂੰ ਫੋਨ ਲੱਗਦੇ ਵੀ ਹਾਂਜੀ ਮੇਰੇ ਲਈ ਦੁਆ ਕਰ ਦਿਓ? ਹੁਣ ਜੇ ਕਿਸੇ ਨੂੰ ਦੁਆ ਕਰਨ ਲਈ ਵੀ ਕਹਿੰਦਾ ਕੱਲ੍ਹ ਹੀ ਸਾਡੀ ਆਤਮਿਕ ਤੇ ਉੱਨਤੀ ਤਰੱਕੀ ਦੇ ਲਈ ਕੀ ਕਰੀਏ ਭਲਾ? ਕਿਉਂ ਕਹਿੰਦੇ ਹੁਣ ਆਤਮਿਕ ਉੱਨਤੀ ਤਰੱਕੀ ਦੇ ਲਈ ਤੇ ਪ੍ਰਾਰਥਨਾ ਕਰੀਏ? ਹੁਣ ਪਤਾ ਲੱਗਿਆ ਵੀ ਮਸੀਹ ਦੇ ਕੋਲ ਆਉਣ ਦੇ ਲਈ ਸਭ ਤੋਂ ਮੇਨ ਕੰਡੀਸ਼ਨ ਇਹ ਹੈ ਵੀ ਉਹਦੇ ਕੋਲ ਆਉਣ ਦਾ ਮਤਲਬ ਹੀ ਹੈਗਾ ਅਸੀਂ ਉਸ ਅਨੰਤ ਜੀਵਨ ਨੂੰ ਪਾਉਣਾ ਆ ਜਿਹੜਾ ਉਹਦੇ ਅੰਦਰ ਵਾਸ ਕਰਦਾ। ਹਾਲੇਲੂਇਆ। ਸੋ ਕਹਿੰਦਾ ਵੀ ਜੇ ਤੇ ਤੇਰੇ ਹੱਥ ਜਾਂ ਪੈਰ ਤੈਨੂੰ ਠੋਕਰ ਖਿਲਾਵੇ ਤੇ ਫਿਰ ਕੀ ਕਰ? ਉਹਨੂੰ ਕੱਟ ਕੇ ਸੁੱਟ ਦੇ। टूंडा या लंगड़ा होकर जीवन में प्रवेश करना तेरे लिए इससे भला है। कित भला भला कि दो हाथ या दो पांव रहते हुए तो अनंत आग में डाला जाए। ऑप्शन ते दो रख देते हैं उन्हें। एक ऑप्शन ते ये आ भी लूला लंगड़ा होके तू अनंत जीवन दे विच जावे। दूजा ऑप्शन ये आ भी तू लूले लंगड़े तो चंगा होवे पर सब कुछ हुंदियां होया भी तू कित्थे जावे? अनंत आगे दे विच जावे। दो आ साडे अगे निशाने, जां ते अनंत आगे आ ते जां अनंत जीवन है। भाई जी कहते अज बड़ी गर्मी, मैं दसदा मैं दे ले थोड़ी जी दिन दी, एक अद्धा दिन लगूगी माड़ी मोटी, इन्नी दूर सूरज है, थोड़ी बहुती गर्मी है। एक जगह ऐसी च उन्हें पाउणा है सानू जिथे एक सेकेंड लिए भी किते आराम नहीं मिलना। ते अनंत कालीन मतलब कहना कदे भी खत्म नहीं होनी। जिद्दां जीवन है जिहड़ा खत्म नहीं होना उहदे राज दे विच, उदां ही ये सज़ा भी खत्म नहीं होनी। तवे दे उत्ते रोटी पकाउंदे माड़ा हत्थ लग जाए तो जान निकल जाती है। हाँ जी। तो जेडे हसदे हसदे मसीह दे लई कुर्बान हो गए, दरख्तां ने बन बन के अग्गां ला के साड़ दिते गए, मूर्ख सी फिर साडे हिसाब दे नाल।
ਉਹਨਾਂ ਨੂੰ ਥੋੜੀ ਦੇਰ ਲਈ ਇਨਕਾਰ ਕਰ ਦੇਣਾ ਚਾਹੀਦਾ, ਉਹਨਾਂ ਨੂੰ ਖੁਸ਼ ਹੋਣ ਲਈ ਠੀਕ ਹੈ ਜੀ ਮੈਂ ਨਹੀਂ ਮੰਨਦਾ ਯਿਸੂ ਮਸੀਹ ਨੂੰ, ਬਾਅਦ 'ਚ ਜਾ ਕੇ ਫੇਰ ਮੰਨੀ ਜਾਂਦਾ। ਹਾਂਜੀ ਕਈ ਚਲਾਕੀ ਕਰਦੇ, ਕਹਿੰਦੇ ਕੋਈ ਗੱਲ ਨਹੀਂ, ਕੋਈ ਇੱਦਾਂ ਦਾ ਸਮਾਂ ਆਊਗਾ ਨਾ ਆਪਾਂ ਕੀ ਉਹਨਾਂ ਸਾਹਮਣੇ ਕਹਿ ਲਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਤੁਸੀਂ ਕਹਿੰਦੇ ਆ ਤਾਂ ਆਪਾਂ ਕਹਿੰਦੇ ਠੀਕ ਹੈ ਜੀ ਆਪਾਂ ਨਹੀਂ ਮੰਨਦੇ ਯਿਸੂ ਮਸੀਹ ਨੂੰ, ਬਾਅਦ ਅੱਗੇ ਜਾ ਕੇ ਫੇਰ ਮੰਨ ਲਵਾਂਗੇ। ਇਹ ਆਪਸ਼ਨ ਉਹਨਾਂ ਕੋਲ ਵੀ ਸੀ ਨਾ, ਪਰ ਮਾਵਾਂ ਦੇ ਹੱਥਾਂ ਦੇ ਵਿੱਚੋਂ ਬੱਬਰ ਸ਼ੇਰ ਉਹਨਾਂ ਦੇ ਨਿਆਣੇ ਨੂੰ ਖੋ ਕੇ ਲੈ ਗਏ, ਉਹਨਾਂ ਨੇ ਸੀ ਤੱਕ ਕੀਤਾ, ਬਲਕਿ ਇੱਕ ਦੂਜੇ ਨੂੰ ਕੀ ਦਿਲਾਸਾ ਦਿੰਦੇ ਰਹੇ, ਕਹਿੰਦੇ ਟੈਨਸ਼ਨ ਨਾ ਲਓ ਇਹ ਜੀਵਨ ਤੇ ਥੋੜਾ ਜਿਹਾ ਆਇਆ, ਤੁਸੀਂ ਮਾਰਾ ਨਾ ਥਾਕੋ ਕਿਉਂਕਿ ਸਾਡਾ ਲੈਣ ਵਾਲਾ ਸਾਨੂੰ ਲੈਣ ਆਉਣ ਵਾਲਾ ਹੈ। ਇਸ ਕਰਕੇ ਹੱਸਦੇ ਹੱਸਦੇ ਕੁਰਬਾਨ ਪਰਿਵਾਰਾਂ ਦੇ ਪਰਿਵਾਰ ਹੋ ਗਏ। ਕਿਉਂ? ਕਿਉਂਕਿ ਉਹਨਾਂ ਦਾ ਨਿਸ਼ਾਨਾ ਇਹ ਜੀਵਨ ਨਹੀਂ ਬਲਕਿ ਅਨੰਤ ਜੀਵਨ ਸੀ। ਇਸ ਜੀਵਨ ਤੋਂ ਪਾਰ ਜਿਹੜਾ ਪਰਮੇਸ਼ਵਰ ਨੇ ਜੀਵਨ ਰੱਖਿਆ ਹੋਇਆ ਉਹ ਜੀਵਨ ਸੀ, ਤੇ ਇਹ ਜੀਵਨ ਉਸ ਜੀਵਨ ਦੀ ਤਿਆਰੀ ਦੇ ਲਈ ਦਿੱਤਾ ਗਿਆ ਹੈ। ਕਾਹਦੇ ਲਈ ਭਲਾ? ਇਹ ਜੀਵਨ ਉਸ ਅਨੰਤ ਜੀਵਨ ਦੀ ਤਿਆਰੀ ਦੇ ਲਈ ਦਿੱਤਾ ਗਿਆ ਆ। ਮੈਚ ਖੇਡਣ ਦੀ ਜਗ੍ਹਾ ਹੋਰ ਹੁੰਦੀ ਹੈ ਤੇ ਰਿਹਰਸਲ ਕਰਨ ਦੀ ਜਗ੍ਹਾ। ਆਸਟ੍ਰੇਲੀਆ ਦੇ ਵਰਲਡ ਕੱਪ ਲੱਗਣਾ ਹੋਵੇ ਤੇ ਰਿਹਰਸਲ ਲਈ ਵੀ ਉੱਥੇ ਜਾਂਦੇ। ਹਾਂਜੀ ਪ੍ਰੈਕਟਿਸ ਕਿੱਥੇ ਹੁੰਦੀ ਭਲਾ? ਪ੍ਰੈਕਟਿਸ ਆਪਣੇ ਆਪਣੇ ਇਲਾਕਿਆਂ ਦੇ ਵਿੱਚ, ਤੇ ਜਦੋਂ ਪ੍ਰੈਕਟਿਸ ਦੇ ਵਿੱਚ ਪੂਰਾ ਯਕੀਨ ਹੋ ਜਾਂਦਾ ਕੋਚ ਨੂੰ ਆਹ ਬੰਦੇ ਫਿੱਟ ਬੈਠੇ ਆ, ਹਾਂਜੀ, ਤੇ ਫਿਰ ਉਹਨਾਂ ਦੀ ਫਿਟਨੈਸ ਵੀ ਚੈੱਕ ਕਰਦੇ ਕਿ ਇਕੱਲਾ ਕਹਿੰਦੇ ਠੀਕ ਆ ਕੋਈ ਕਹਿੰਦੇ ਇੱਦਾਂ ਭੇਜ ਦਿੰਦੇ ਆ। ਹਾਂਜੀ ਫਿਟਨੈਸ ਵੀ ਚੈੱਕ ਕਰਦੇ ਆ ਵੀ ਇਹ ਉਸ ਮੈਚ ਦੇ ਵਿੱਚ ਖੇਡਣ ਦੇ ਕਾਬਲ ਹੈਗਾ ਵੀ ਆ ਕਿ ਨਹੀਂ, ਹੈ ਨਾ। ਉਸੇ ਤਰ੍ਹਾਂ ਇਹ ਜਿਹੜਾ ਜੀਵਨ ਦਿੱਤਾ ਗਿਆ ਨਾ ਇਹ ਹੈਗਾ ਤਿਆਰੀ ਦਾ ਜੀਵਨ, ਤੇ ਅਸਲੀ ਜੀਵਨ ਤੇ ਅਜੇ ਮਿਲਿਆ ਹੀ ਨਹੀਂਗਾ। ਅਸਲੀ ਜੀਵਨ ਦੇ ਵਿੱਚ ਤੇ ਪ੍ਰਵੇਸ਼ ਕਰਨਾ ਆ। ਅਸਲੀ ਜੀਵਨ ਦਾ ਤਾਂ ਕੰਮ ਵੀ ਨਹੀਂ ਸ਼ੁਰੂ ਕੀਤਾ ਅਜੇ ਤਾਂ ਅਸੀਂ ਇਸੇ ਜੀਵਨ ਦੇ ਮਾਰੇ ਫਿਰਦੇ ਆ। ਇਸੇ ਜੀਵਨ ਦੇ ਵਿੱਚ ਪਾਦਰੀ ਲੱਭਦੇ ਆ, ਇਸੇ ਜੀਵਨ ਦੇ ਵਿੱਚ ਸਿਆਣੇ ਲੱਭਦੇ ਆ, ਇਸੇ ਜੀਵਨ 'ਚ ਮਾਤਾ ਬਾਬੇ ਸਾਰੇ ਕੁਛ ਲੱਭੀ ਜਾਂਦੇ ਹਨ। ਕਿਤਿਓਂ ਇਸ ਜੀਵਨ ਨੂੰ ਸੁੱਖ ਮਿਲ ਜਾਏ, ਕਿਤਿਓਂ ਇਸ ਜੀਵਨ ਨੂੰ ਚੈਨ ਮਿਲ ਜਾਏ, ਤੇ ਜਿੱਥੋਂ ਮਿਲ ਗਿਆ ਉਹੀ ਕਹਿੰਦੇ ਰੱਬ ਆ। ਤੇ ਕਹਿੰਦਾ ਇਸ ਲਈ ਬੱਚੇ ਕੀ ਦੱਸਦਾ, ਯਾਦ ਰੱਖ ਦੋ ਚੀਜ਼ਾਂ ਤੇਰੇ ਸਾਹਮਣੇ, ਇੱਕ ਤੇ ਅਨੰਤ ਜੀਵਨ ਆ ਤੇ ਦੂਜਾ ਅਨੰਤ ਆਗਿਆ। ਚੁਣਾਓ ਕਿਹਦੇ ਹੱਥ ਵਿੱਚ ਆ? ਚੁਣਾਓ ਸਾਡੇ ਹੱਥ ਵਿੱਚ ਆ, ਅਸੀਂ ਕਿਹਨੂੰ ਕਬੂਲ ਕਰਨਾ। ਮੱਤੀ ਦੀ ਇੰਜੀਲ 19 ਅਧਿਆਇ ਦੀ 16 ਆਇਤ ਪੜਾਂਗੇ ਜੀ, पंजाबी में तुम बाय पढ़ना। और देखो एक मनुष्य के ने पास आकर उससे कहा, हे गुरु मैं कौन सा भला काम करूं कि अनंत जीवन पाऊं। यदि हुण सोच भला की है भला काम कर लवां, ये सोच टिकी भला कित्थे है, कित्थे टिकी भला जिहड़ी असीं नहीं गल करी सिक्खी वो सिੱਖਦੇ हैं भी ਇਹਦੇ दिमाग भला की है। ये सोचदा ਕੰਮਾਂ ਦੇ ਨਾਲ ਉਹਦੇ ਰਾਜ ਦੇ ਵਿੱਚ ਪ੍ਰਵੇਸ਼ ਕਰ ਲਵਾਂਗੇ ਤੇ ਭਲੇ ਕੰਮ ਕਰਦਾ ਆ। ਕੀ ਕਰਦਾ ਭਲਾ? ਇਹ ਭਲੇ ਕੰਮ ਕਰਦਾ ਹੈ। ਯਿਸੂ ਮਸੀਹ ਨੇ ਜਦੋਂ ਕਿਹਾ ਨਾ ਭਲੇ ਕੰਮਾਂ ਦੀ ਗੱਲ ਫਿਰ ਕੀਤੀ ਨਾ, ਤੇ ਇਹਨੇ ਫਟਾਫਟ ਗ੍ਰਾਮ ਦੇ ਉੱਤੇ ਕਹਿੰਦਾ ਇਹ ਤੇ ਬਾਲਕਪੁਣੇ ਤੋਂ ਕਰਦਾ ਮੈਂ, ਹੈ ਨਾ। ਤੇ ਯਿਸੂ ਮਸੀਹ ਨੇ ਉੱਥੇ ਜਦੋਂ ਗੱਲ ਕੀਤੀ ਉੱਥੇ ਖਾਸ ਗੱਲ ਕਹੀ ਯਿਸੂ ਮਸੀਹ ਨੇ, ਇਹਨੂੰ ਭਲੇ ਕੰਮਾਂ ਦੀ ਨਹੀਂ ਗੱਲ ਕਹੀ, ਇਹਨੂੰ ਕਿਹਾ ਆਗਿਆ ਨੂੰ ਮੰਨ। ਕੀ ਕਰ? ਆਗਿਆ ਨੂੰ ਮੰਨ। ਤੇ ਇਹਨੇ ਕੀ ਕਿਹਾ ਭਲਾ? ਕਹਿੰਦਾ ਮੈਂ ਬਚਪਨ ਤੋਂ ਹੀ ਮੰਨਦਾ ਹਾਂ ਤੇ ਆਗਿਆ ਨੂੰ ਮੰਨਦਾ, ਤਾਂ ਹੀ ਤੇ ਮੈਂ ਧਰਮ ਦੇ ਕੰਮ ਕਰਦਾ। ਤੇ ਹੁਣ ਇਹਨੂੰ ਕੌਨਫੀਡੈਂਸ ਹੋ ਗਿਆ ਮੇਰੇ ਧਰਮ ਦੇ ਕੰਮ ਮੈਨੂੰ ਕੀ ਕਰ ਸਕਦੇ ਭਲਾ ਬਚਾ ਸਕਦੇ ਆ। ਜਿਹੜੇ ਧਰਮ ਦੇ ਕੰਮ ਇਹ ਕਰਦਾ ਸੀ ਨਾ, ਤੇ ਜਿਹੜੇ ਵਾਕਈ ਭਲੇ ਕੰਮ ਸੀਗੇ ਉਹਨਾਂ ਉਹੋ ਹੀ ਕੰਮ ਇਹਦੇ ਲਈ ਨਾਸ਼ ਦਾ ਕਾਰਨ ਬਣ ਗਿਆ। ਕੰਮ ਭਲੇ ਸੀਗੇ, ਭਲੇ ਕੰਮ ਕਰਕੇ ਇਹਦੇ ਵਿੱਚ ਕੀ ਆਇਆ ਭਲਾ? ਪ੍ਰੌੜ ਆ ਗਿਆ। ਤੇ ਕੀ ਲਿਖਿਆ ਵਚਨ ਦੇ ਵਿੱਚ? ਨਾਸ਼ ਹੋਣ ਤੋਂ ਪਹਿਲਾਂ ਘਮੰਡੀ ਰੂਹ ਆਉਂਦਾ ਹੈ। ਭਲੇ ਕੰਮ ਕਰ ਕਰਕੇ ਏਡਾ ਕੁ ਭਲਾ ਮਾਨਸ ਹੋ ਗਿਆ ਵੀ ਭਲੇ ਕੰਮ ਹੀ ਇਹਦੇ ਲਈ ਸ਼ਰਾਬ ਬਣ ਗਏ। ਤੇ ਹੁਣ ਵਚਨ ਕੀ ਕਹਿੰਦਾ ਤੇਰੇ ਭਲੇ ਕੰਮ ਮੇਰੇ ਅੱਗੇ ਪਾਟੀਆਂ ਹੀ ਲੀਰਾਂ ਤੇ ਜਿੱਥੇ ਬਿਖਰੇ ਹੋਏ ਚਿੱਥੜਿਆਂ ਦੇ ਵਰਗੇ ਆ। ਕਿਉਂ? ਕਿਉਂਕਿ ਇਹ ਭਲੇ ਕੰਮ ਨਹੀਂ। ਭਲੇ ਕੰਮਾਂ ਦੇ ਨਾਲ ਜੇ ਤੂੰ ਅਧੀਨ ਨਹੀਂ ਹੁੰਦਾ ਤੇ ਭਲਾ ਕੰਮ ਕਰਕੇ ਜੇ ਤੇਰੇ 'ਚ ਪ੍ਰੌੜ ਆਉਂਦਾ ਤੇ ਫਿਰ ਤੇਰਾ ਭਲਾ ਕੰਮ ਕਿਸੇ ਕੋਈ ਕੰਮ ਦਾ ਨਹੀਂ ਆ। ਭਲੇ ਕੰਮ ਕਰਕੇ ਤੇਰੇ 'ਚ ਅਧੀਨਤਾ ਹੀ ਆਵੇ ਫਿਰ ਤੂੰ ਅਨੰਤ ਜੀਵਨ ਦਾ ਵਾਰਿਸ ਆ। ਭਲਾ ਕੰਮ ਕਰਕੇ ਤੇਰੇ ਮਨ 'ਚ ਇਹ ਆਵੇ ਵੀ ਮੈਂ ਤੇ ਇਹਨੂੰ ਕਰਨ ਦੇ ਲਾਇਕ ਨਹੀਂ ਸੀ, ਇਹ ਤੇ ਤੇਰੀ ਰਹਿਮਤ ਆ ਵੀ ਤੂੰ ਇਸ ਮਿੱਟੀ ਨੂੰ ਇਸ ਲਾਇਕ ਬਣਾਇਆ ਕਿ ਭਲਾ ਕੰਮ ਕਰ ਸਕੇ। ਕੀ ਹੈ ਭਲਾ? ਹਕੀਕਤ ਕੀ ਆ? ਇਸ ਬੰਦੇ ਨੇ ਭਲਾ ਕੰਮ ਕਰਕੇ ਉਹਦੀ ਸ਼ੁਕਰਗੁਜ਼ਾਰੀ ਕਰਨੀ ਆ। ਤੇ ਇਹਦੇ 'ਚ ਆਉਂਦਾ ਕੀ ਭਲਾ? ਉਲਟਾ ਮੇਰੇ ਵਰਗਾ ਧਰਮੀ ਬੰਦਾ ਨਹੀਂ, ਅਨੰਤ ਜੀਵਨ ਤੇ ਮੇਰਾ ਹੀ ਆ। ਇਹ ਅਸਲ ਵਿੱਚ ਪਤਾ ਕੀ ਸੀਗਾ? ਪਬਲਿਕ ਦੇ ਵਿੱਚ ਯਿਸੂ ਮਸੀਹ ਦੇ ਕੋਲੋਂ ਅਨਾਉਂਸ ਕਰਾਉਣਾ ਚਾਹੁੰਦਾ ਸੀ। ਨੀਅਤ ਕੀ ਸੀ ਇਹਦੀ ਭਲਾ? ਇਹ ਆਇਆ ਇਸ ਕਰਕੇ ਆ ਵੀ ਪਬਲਿਕ ਦੇ ਵਿੱਚ ਯਿਸੂ ਮਸੀਹ ਅਨਾਉਂਸ ਕਰ ਦੇਵੇ ਇਹੋ ਜਿਹੇ ਲੋਕਾਂ ਦਾ ਅਨੰਤ ਜੀਵਨ ਹੈ। ਜਿਹੜੇ ਇਦਾਂ ਦੇ ਭਲੇ ਕੰਮ ਕਰਦੇ ਇਹੋ ਜਿਹੇ ਲੋਕਾਂ ਦਾ ਕੀ ਹੈ ਭਲਾ? ਅਨੰਤ ਜੀਵਨ ਹੈ। ਇਹ ਵਿਚਾਰਾ ਆਇਆ ਕੁਛ ਹੋਰ ਸੋਚ ਕੇ ਸੀਗਾ, ਕੰਮ ਗੜਬੜ ਹੋ ਗਿਆ। ਤੇ ਯਿਸੂ ਮਸੀਹ ਨੇ ਕੀ ਕਿਹਾ ਜਾਂਦੇ ਇਹਦੇ ਵੱਲ ਦੇਖ ਕੇ?
ਕਹਿੰਦਾ ਇਹੋ ਜਿਹੇ ਮਨੁੱਖ ਦਾ ਸਰਗ ਦੀ ਬਾਦਸ਼ਾਹ 'ਚ ਦਾਖਲ ਹੋਣਾ ਓਨਾ ਹੀ ਔਖਾ ਆ ਜਿੰਨਾ ਊਠ ਦਾ ਸੂਈ ਦੀ। ਇਹ ਆਇਆ ਇੱਜ਼ਤ ਕਰਾਉਣ ਸੀ, ਕਰਾ ਕੇ ਕੀ ਚੱਲ ਗਿਆ ਭਲਾ? ਬੇਇੱਜ਼ਤੀ ਕਰਾ ਕੇ ਚਲਾ ਗਿਆ। ਕਿਉਂ ਭਲਾ? ਘਮੰਡ ਆ ਗਿਆ ਇਹਦੇ ਵਿੱਚ ਵੀ ਸ਼ਾਇਦ ਧਰਮਾਂ ਦੇ ਕੰਮਾਂ ਦੇ ਨਾਲ ਮੈਂ ਕਿੱਥੇ ਚੱਲ ਜੂੰਗਾ? ਸਰਗ ਚੱਲ ਜੂੰਗਾ। ਧਰਮ ਦੇ ਕੰਮ ਨਹੀਂ, ਅਧੀਨ ਹੋਣਾ ਆ, ਕਿਉਂਕਿ ਇੱਕ ਦੁਸ਼ਮਣ ਬੈਠਾ ਨਾ। ਅਧੀਨ ਹੋਣਾ ਆ ਕਿਉਂਕਿ ਇੱਕ ਦੁਸ਼ਮਣ ਬੈਠਾ ਆ ਜਿਹਦਾ ਅਸੀਂ ਸਾਹਮਣਾ ਕਰਨਾ। ਪੜਾਂਗੇ ਯਕੂਬ ਦੀ ਪੱਤਰੀ 4 ਅਧਿਆਇ ਦੀ 7 ਵਰਸ ਪੜ੍ਹਦੇ, ਪੰਜਾਬੀ ਦੇ ਵਿੱਚ ਪੜ੍ਹਦਿਆ ਕਰੋ। ਕਿਹਦੇ ਕੋਲ ਬਾਈਬਲ ਆ? ਜਲਦੀ ਜਲਦੀ ਪੜ੍ਹੋ ਜੀ। ਯਕੂਬ ਦੀ ਪੱਤਰੀ 4 ਦੀ 7 ਹੈ ਮੇਰੇ ਖਿਆਲ। ਨਹੀਂ, ਤੁਹਾਨੂੰ ਲਿਆਉਣੀ ਪੈਣੀ। ਹਾਂਜੀ ਪੜ੍ਹੋ ਜੀ। ਕੀ ਹੋਣਾ ਭਲਾ? ਬੋਲੋ ਸਾਰੇ ਨੇ। ਕੀ ਆ? ਸ਼ੈਤਾਨ ਦਾ ਸਾਹਮਣਾ ਕਰਨ ਦਾ ਸਾਰੇ ਦੱਸਦੇ ਆ। ਉੱਠ ਸ਼ੈਤਾਨ ਦੇ ਫੱਟੇ ਚੱਕਦੇ। ਫੱਟੇ ਉਹਨੇ ਚੱਕੇ ਹੁੰਦੇ। ਹਾਂਜੀ, ਸ਼ੈਤਾਨ ਮੇਰੇ ਪਾँव ਕੇ ਨੀਚੇ। ਉਹ ਕਹਿੰਦਾ ਪੁੱਤ ਕਹਿ ਧਿਆਨ ਨਾਲ ਦੇਖ, ਮੈਂ ਤੇਰੇ ਉੱਤੇ ਬੇਟਾ, ਤੂੰ ਕੀ ਕਹਿਣਾ? ਇੰਨਾ ਭੁਲੇਖਾ। ਹਾਂਜੀ, ਫਿਰ ਐਕਟਿੰਗ ਕਰ ਕਰਕੇ ਚੱਕ ਕੇ ਸੁੱਟਦੇ ਸਟੇਜਾਂ ਤੋਂ, ਗਾਣਾ ਗਾਉਂਦੇ ਗਾਉਂਦੇ। ਉੱਠ ਸ਼ੈਤਾਨ ਦੇ ਫੱਟੇ ਚੱਕਦੇ, ਆਪ ਹੀ ਚੱਕੀ ਜਾਂਦੇ। ਵਚਨ ਕੀ ਦੱਸਦਾ ਭਲਾ? ਜੇ ਉਹਦੇ ਫੱਟੇ ਚੱਕਣੇ ਤੇ ਕੀ ਹੋਣਾ ਭਲਾ? ਸਭ ਸਾਰੇ ਬੋਲੋ ਕੀ ਹੋਣਾ ਜੀ? ਜੇ ਉਹਦੇ ਫੱਟੇ ਚੱਕਣੇ ਨਾ ਦੁਸ਼ਮਣ ਦੇ, ਜੇ ਅਨੰਤ ਜੀਵਨ ਦੇ ਅਧਿਕਾਰੀ ਹੋਣਾ ਤੇ ਕਿਹਦੇ ਅਧੀਨ ਹੋਣਾ ਪੈਣਾ ਭਲਾ? ਸ਼ੈਤਾਨ ਦੇ ਫੱਟੇ ਚੱਕ ਕੌਣ ਸਕਦਾ? ਸਾਰੇ ਬੋਲੋ। ਸ਼ੈਤਾਨ ਦੇ ਫੱਟੇ ਚੱਕਣ ਦਾ ਅਧਿਕਾਰ ਕਿਹਨੂੰ ਆ? ਜਿਹੜਾ ਪਰਮੇਸ਼ਵਰ ਦੇ। ਕਿਉਂ ਉਹ ਫੱਟੇ ਚੱਕ ਸਕਦਾ ਆ? ਕਿਉਂਕਿ ਜਿਹੜਾ ਅਧੀਨ ਆ ਉਹਦੇ ਲਈ ਉਹਦਾ ਐਲਾਨ ਆ, ਜੰਗ ਤੇਰੀ ਨਹੀਂ ਬਲਕਿ ਕਿਹਦੇ ਲਈ ਭਲਾ? ਕਹਿੰਦਾ ਮੂਸਾ ਮੇਰੇ ਘਰ ਦੇ ਵਿੱਚ ਸਭ ਤੋਂ ਅਧੀਨ ਤੇ ਨੰਬਰ ਆ। ਇਹ ਉਹ ਸ਼ਖਸ ਹੈ ਜਿਹਦੇ ਨਾਲ ਮੈਂ ਰੂਬਰੂ ਹੋ ਕੇ ਗੱਲਾਂ ਕਰੂੰਗਾ। ਇਹ ਤੋਂ ਅਧੀਨ ਤੇ ਨੰਬਰ ਬੰਦਾ ਕਹਿੰਦਾ ਮੈਨੂੰ ਲੱਭਿਆ ਨਹੀਂ ਆ। ਤੇ ਹੁਣ ਉਹ ਮੂਸਾ ਜਦੋਂ ਚੱਲਦਾ ਹੈ ਤੇ ਖੁਦਾ ਕਿੱਥੇ ਆ ਭਲਾ? ਪਿੱਛੇ ਪਿੱਛੇ ਚੱਲਦਾ, ਨਾਲ ਨਾਲ। ਅੰਡਰਸਟੈਂਡ ਕਰੋ ਪਹਿਲਾਂ। ਉਹ ਪਿੱਛੇ ਅੱਗੇ ਵਾਲੀ ਗੱਲ ਬਾਅਦ ਸਿੱਖਦੇ ਆ। ਮੂਸਾ ਦੇ ਨਾਲ ਖੁਦਾ ਕਿੱਦਾਂ ਚੱਲਦਾ ਭਲਾ? ਉਹਦੇ ਕਦਮ ਦੇ ਨਾਲ ਕਦਮ ਮਿਲਾ ਕੇ ਖੁਦਾ ਚੱਲਦਾ ਆ। ਜਦੋਂ ਉਹਦੇ ਤੇ ਉਹਦੀ ਪ੍ਰਜਾ ਦੇ ਉੱਤੇ ਖਤਰਾ ਆਉਂਦਾ ਆ, ਜੇ ਪਿੱਛੇ ਆਉਂਦਾ ਤੇ ਖੁਦਾ, ਤੇ ਜੇ ਅੱਗੇ ਆਉਂਦਾ ਤੇ ਖੁਦਾ ਅੱਗੇ ਆ। ਉਹਨੂੰ ਚਾਰੇ ਪਾਸਿਓਂ ਘੇਰਿਆ ਹੋਇਆ। ਕਿਉਂ ਭਲਾ ਘੇਰਿਆ ਹੋਇਆ? ਦੁਸ਼ਮਣ ਉਹਦਾ ਕੋਈ ਸ਼ੈਤਾਨ ਦੇ ਰੂਪ ਦੇ ਵਿੱਚ ਜਿਹੜਾ ਦੁਸ਼ਮਣ ਆ ਉਹਦਾ ਸਾਹਮਣਾ ਨਹੀਂ ਕਰ ਸਕਦਾ, ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਵਜ੍ਹਾ ਕੀ ਹੈ ਭਲਾ? ਕਿਉਂਕਿ ਉਹ ਕੀ ਹੈ? ਖੁਦਾ ਦੇ ਅਧੀਨ ਆ। ਅਸੀਂ ਅਧੀਨ ਹੋਣਾ ਚਾਹੁੰਦੇ ਨੇਗੇ, ਤਾਂ ਹੀ ਉਹ ਤੇ ਉਹਨੇ ਸਾਡੇ ਫੱਟੇ ਚੱਕੇ ਹੋਏ। ਭੁਲੇਖਾ ਸਾਨੂੰ ਕੀ ਆ? ਅਸੀਂ ਉਹਦੇ ਫੱਟੇ ਚੱਕੇ ਹੋਏ ਆ। ਤੇ ਇਸੇ ਭੁਲੇਖੇ ਦੇ ਵਿੱਚ ਅਸੀਂ ਅਨੰਤ ਜੀਵਨ ਪਾਉਂਦੇ ਅਨੰਤ ਅੱਗ ਦੇ ਵਿੱਚ ਜਾਣਾ ਹੈ। ਕਿਉਂਕਿ ਅਸੀਂ ਜਿਹਦਾ ਮੁਕਾਬਲਾ ਕਰਨਾ ਸੀ ਨਾ, ਉਹਦਾ ਮੁਕਾਬਲਾ ਕਰਨ ਦੀ ਪਹਿਲੀ ਸ਼ਰਤ ਕੀ ਆ ਭਲਾ? ਤੁਸੀਂ ਪਰਮੇਸ਼ਵਰ ਦੇ ਕੀ ਹੋਣਾ? ਅਧੀਨ ਹੋਣਾ। ਅਧੀਨ ਹੋਇਆਂ ਦੇ ਲਈ ਆ ਸਾਰਾ ਸਿਸਟਮ। ਤੇ ਜੇ ਅਧੀਨ ਹੋਵਾਂਗੇ ਫਿਰ ਸਾਡੀ ਲੜਾਈ ਉਹਦੀ ਲੜਾਈ ਆ। ਤੇ ਜੇ ਅਧੀਨ ਨਹੀਂ ਹੁੰਦੇ ਫਿਰ ਸਾਡੀ ਲੜਾਈ ਆ। ਤੇ ਜੇ ਸਾਡੀ ਲੜਾਈ ਸਾਡੀ ਆ ਨਾ, ਤੇ ਫਿਰ ਅਸੀਂ ਕਦੇ ਵੀ ਉਹਦੇ ਨਾਲ ਜਿੱਤ ਪ੍ਰਾਪਤ ਕਰ ਹੀ ਨਹੀਂ ਸਕਦੇ। ਅਧੀਨ ਹੋਣ ਦੇ ਲਈ ਜ਼ਰੂਰੀ ਹੈ, ਜਿਹਨੇ ਅਨੰਤ ਜੀਵਨ ਪਾਉਣਾ ਉਸ ਕੀ ਹੋਵੇ ਭਲਾ? ਪਰਮੇਸ਼ਵਰ ਦੇ। ਉਹਦੇ ਲਈ ਜ਼ਰੂਰੀ ਹੈ ਕਿ ਅਧੀਨ ਹੋਵੇ। ਨੰਬਰ 2 ਅਸੀਂ ਸਿੱਖਿਆ ਪਹਿਲਾਂ ਵੀ ਉਹਨੇ ਇਸ ਚੀਜ਼ ਦੀ ਕਦੇ ਮਨ ਵਿੱਚ ਨਹੀਂ ਲਿਆਉਣਾ ਵੀ ਮੇਰੀ ਬਿਮਾਰੀ ਚੰਗੀ ਹੁੰਦੀ ਪਈ ਹੈ ਕਿ ਨਹੀਂ ਹੁੰਦੀ ਪਈ। ਨਾ ਉਹਨੇ ਕਦੇ ਆਪਣੇ ਮਨ ਦੇ 'ਚ ਇਹ ਸ਼ੱਕ ਲਿਆਉਣਾ ਵੀ ਸ਼ਾਇਦ ਪਰਮੇਸ਼ਵਰ ਨੇ ਮੈਨੂੰ ਮਾਫ ਨਹੀਂ ਕੀਤਾ ਤਾਂ ਕਰਕੇ ਮੇਰੀ ਬਿਮਾਰੀ ਨਹੀਂ ਚੰਗੀ ਹੁੰਦੀ ਪਈ। ਇਹ ਵੀ ਕਦੇ ਭਰਮ ਨਹੀਂ ਲਿਆਉਣਾ, ਬਲਕਿ ਉਹਨੇ ਕੀ ਸੋਚਣਾ ਆ? ਪਰਮੇਸ਼ਵਰ ਨੇ ਜਿਹਨਾਂ ਨੂੰ ਚੰਗਿਆ ਕੀਤਾ ਆ ਆਪਣੀ ਮਹਿਮਾ ਨੂੰ ਪ੍ਰਗਟ ਕਰਨ ਲਈ ਕੀਤਾ। ਜੇ ਮੈਨੂੰ ਉਹਨੇ ਇੱਦਾਂ ਰੱਖਿਆ ਆ ਤੇ ਇੱਦਾਂ ਰੱਖ ਕੇ ਉਹਨੇ ਮੇਰੇ ਉੱਤੇ ਲਾਹਨਤ ਨਹੀਂ ਪਾਈ। ਮੈਨੂੰ ਇੱਦਾਂ ਰੱਖਿਆ ਆ ਤੇ ਇੱਦਾਂ ਰਹਿ ਕੇ ਮੈਂ ਉਹਦੀ ਕੁਦਰਤ ਨੂੰ ਲੋਕਾਂ ਦੇ ਵਿੱਚ ਜ਼ਾਹਰ ਕਰਨਾ ਆ। ਕਿੱਦਾਂ ਕਰ ਸਕਦੇ ਆ? ਕੋਈ ਕਹਿੰਦਾ ਯਾਰ ਪਤਾ ਲੱਗਾ ਸੀ ਤੈਨੂੰ ਡਾਕਟਰ ਨੇ ਕੈਂਸਰ ਦੱਸਿਆ। ਹਾਂਜੀ ਦੱਸਿਆ ਜੀ। ਤੇ ਜਿਹੜਾ ਕੈਂਸਰ ਵਾਲਾ ਬੰਦਾ 2-3 ਮਹੀਨੇ 'ਚ ਮਰ ਜਾਂਦਾ ਹੈ ਤੇ ਤੂੰ ਅਜੇ ਵੀ ਕਾਇਮ ਆ ਜੀ। ਜਿਹਨੇ ਕੈਂਸਰ ਭੇਜਿਆ ਜੀ ਉਹਨੇ ਕਾਇਮ ਰੱਖਿਆ ਹੋਇਆ। ਜਵਾਬ ਕੀ ਭਲਾ? ਹੁਣ ਸਿਸਟਮ ਕੀ ਹੈ ਵੀ ਕੈਂਸਰ ਨੇ ਤੇ ਲੈਣਾ ਹੈ ਨਾ, ਉਹਨੇ ਤੇ ਲੈ ਕੇ ਜਾਣਾ ਆ। ਇਹ ਬੰਦਾ ਵੀ ਹੁਣ ਉਹਦੀ ਮਹਿਮਾ ਨੂੰ ਪ੍ਰਗਟ ਕਰ ਸਕਦਾ ਉਸੇ ਤਰ੍ਹਾਂ ਜਿੱਦਾਂ ਇੱਕ ਕੈਂਸਰ ਤੋਂ ਚੰਗਾ ਹੋਇਆ ਸਟੇਜ 'ਤੇ ਖੜਾ ਹੋ ਕੇ ਕੀ ਗਵਾਹੀ ਦਿੰਦਾ ਭਲਾ? ਯਿਸੂ ਮਸੀਹ ਅਤ ਮਹਾਨ ਆ, ਜਿਹਨੇ ਮੈਨੂੰ ਕੈਂਸਰ ਦੀ ਬਿਮਾਰੀ ਤੋਂ ਕੀ ਕੀਤਾ ਭਲਾ? ਇਹ ਵੀ ਸਟੇਜ 'ਤੇ ਖੜਾ ਹੋ ਕੇ ਗਵਾਹੀ ਦੇਵੇ ਨਾ, ਯਿਸੂ ਮਸੀਹ ਅਤ ਮਹਾਨ ਆ,
2 साल हो गए डॉक्टरों ने दसिया है भी तेन कैंसर आ, कहते सी 2 दिन नहीं कढ़ने, ते आ देखो कैंसर अज भी उत्थे ही आ ते मेरा खुदा भी उत्थे ही आ। हुण दसो भी लोग जो गवाही सुनोगे, गवाही वड्डी कहदी भला? जिन्हों कैंसर मार नहीं सकिया गवाही उहदी वड्डी आ कि जाके जिहदा कैंसर चंगा हो गया? जिन्हों कैंसर मार नहीं सकिया इनू कैंसर मार के नहीं सकिया, क्योंकि ये परमेश्वर दे की आ अधीन आ, ते इहने परमेश्वर की कुदरत नूं समझ के उहदे नाल कमिटमेंट कीती है। मैनू तेरे नाल इसलिए प्रेम नहीं आ कि तू दूजियां दी तरह मेरी बीमारी चंगा करें, बल्कि मैनू तेरे नाल प्रेम इसलिए है क्योंकि तेरे बेटे मसीह यीशु दे विच अनंत जीवन वापस करदा, ते मैं तेरे नाल रिश्ता इसलिए जोड़िया आ ताकि मैं उस अनंत जीवन नूं पा सकां। ये कैंसर मैनू मारे तो भावें जवाले, इहदे नाल मैनू कोई लेना देना ये है एक विश्वासी का जीवन, ये है एक ईमान का जीवन। ये निगा ईमान जिहड़ा अज लोकां दे विच दस्सिया जा रहा भी आह काम कर लो, ताइयों ते भीड़ां दी भीड़ां बेचारे नूं पता कुछ नहीं लगता, समझ कुछ भी आउंदा नहीं है। कल अपना मुंडा फिर मैनूं मिलिया सीगा, निक्कर पाई हुई सीगी, इत्थों उन्हें कट जी वाली पाई हुई सीगी, गल च ओही चैनी जिहड़ी मैं लथाई सी कल फिर पाई हुई सीगी, ते कल नहीं मैं कोई उन्होंने कहा भी ला दे किता, मैं कहा भी नहीं हुण नहीं कहना, क्योंकि एक बार क्या काफ़ी हुंदा है। ते किहड़ी संगति दे नाल भला करदे, जिहड़ी जी जलंधर की सब तो टॉप क्लास संगत है, उस संगति दे विच आ सेवक ने कभी नहीं कहा भी आह लुच पुन्न छड्ड दिओ, ये लुच पुन्न करन वाले कदे उहदे राज दे अधिकारी हो सकदे, कदे उहदे राज दे विच वड़ भी सकदे नहीं है, क्योंकि लुचपन वाले के बारे साफ बाइबल में लिखा है। और ये तमन्ना कित्थों आउंदियां भला? जो कहना तेरे अंदर भरिया होया ना उहो ही बाहर आउणा है। ये कहते बाहर नूं देखो ना, हुण अंदरों चॉइसां उठदियां ना, सोहणे बने की चॉइस कित्थों उठदी भला? अंदरों उठदी आ, ते अंदर ही कहंदा गंदगी दे नाल भरिया होया, तां करके बाहर वो प्रगट हो जांदा है। ते जे अंदर गंदगी ना होवे तो बाहर प्रगट हो सकदी नहीं है। हुण साडे वर्गे कोल आऊगा तो असीं तो मना करना भाई नहीं, जे चर्च में तुसीं आउणा ते तुसीं इदां दी पोजीशन दे विच नहीं आ सकदे। दूजे नूं की उहनूं मतलब कोई नहीं गा, कहंदा 10वां दिंदा ना टाइम दे नाल तूं आओ, कहंदा भावें नंगा हो के आ जा, तेरा दशमांश पहुंच जाए, मैनू कोई मन नहीं, भावें तू जिद्दां दा मर्जी हो के आ, मैं कोई लेना देना नहीं, क्योंकि मैनू ते तेरे दशमांश दे नाल मतलब है। तेरा चंदा आउंदा ठीक है, लेकिन इहो जे लोग कदे अनंत जीवन के वारस हो सकते नहीं। अनंत जीवन के वारस होणगे जिन्हां नूं ठोक बजा के सच्चाई दसी होगी, ते हुण फिर भी वो वारस ना हो सके तो घट्टो घट्ट दसन वाला परमेश्वर के अगे फखर के नाल गैरत दे नाल खड़ा होऊगा। तेरा वचन जिद्दां मेरे को पहुंचिया सी मैं इहनूं दस्सिया सी, और वो भी बंदा अख मिला के गल नहीं कर सकूगा, क्योंकि वो कहूगा बिल्कुल ठीक है जी, इन्हां ते मैनूं दस्सिया सी पर मैं चल सकिया। तो परमेश्वर अगे लिखिया हर चीज़ खुली पई आ, उहनूं कोई समझाउण दी जां दस्सण दी जरूरत नहीं। अपनी अखां नूं बंद करांगे, सिरां झुकावांगे, कोई भी जनता दुआ करे। दे दे आत्मा का मुझे अभिषेक, दे दे आत्मा का मुझे अभिषेक, एक नया बलियान दे दे पाप रूपी अग्नि का देख, पाप मेरे जल जाने दे दे पाप रूपी अग्नि का देख, पाप मेरे जल जाने दे दे आत्मा का मुझे अभिषेक, दे दे आत्मा का मुझे अभिषेक, नई सोच दे, नया जोश दे, नई जुबां बयाने दे, नई सोच दे, नया जोश दे, नई जुबां बयाने दे, तेरी फसल के साथ जो बढ़ती झाड़ियां भी जल जाने दे, नई सोच दे, नया जोश दे, नई जुबां बयाने दे, तेरी फसल के साथ जो बढ़ती झाड़ियां भी जल जाने दे,
रूखा कोयला जग वेदी से तू ले, रूखा कोयला जग वेदी से तू ले, होठों को मेरे छू जाने दे, दे दे पाप रूपी अग्नि का सेक, पाप मेरे जल जाने दे, दे दे पाप रूपी अग्नि का सेक, पाप मेरे जल जाने दे, दे दे आत्मा का मुझे अभिषेक, दे दे आत्मा का मुझे अभिषेक, अपने तालिबों की कुर्बानी हाथ ही तू लेता था, अपने तालिबों की कुर्बानी हाथ ही तू लेता था, की है नबियों ने जो दुआएं आग से उतर देता था, अपने तालिबों की कुर्बानी हाथ ही तू लेता था, की है नबियों ने जो दुआएं आग से उतर देता था, इंतजार में है तेरे ही हजूर, इंतजार में है तेरे ही हजूर, आग का मचाशन दे, दे दे पाप रूपी अग्नि का सेक, पाप मेरे जल जाने दे, दे दे पाप रूपी अग्नि का सेक, पाप मेरे जल जाने दे, दे दे आत्मा का मुझे अभिषेक, दे दे आत्मा का मुझे, रूखी आग की इन भट्टियों से जितना भी कोई निकलेगा, रूखी आग की इन भट्टियों से जितना भी कोई निकलेगा, कुंदन सोने से भी बढ़कर वो ईमान में निखरेगा, रूखी आग की इन भट्टियों से जितना भी कोई निकलेगा, कुंदन सोने से भी बढ़कर वो ईमान में निखरेगा, मिट्टी के बर्तन हैं हम कमजोर, मिट्टी के बर्तन हैं हम कमजोर, आग से तप जाने दे, दे दे पाप रूपी अग्नि का सेक, पाप मेरे जल जाने दे, दे दे पाप रूपी अग्नि का सेक, पाप मेरे जल जाने दे, दे दे पाप रूपी अग्नि का सेक, पाप मेरे जल जाने दे, 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 पाप मेरे जल जाने दे। प्यारे खुदा तेरा धन्यवाद करते हैं आज के इस मुबारक दिन के लिए। खुदावंद तूने अपने वचन में से हमें सीखने का मौका दिया, तेरा धन्यवाद करते हैं खुदावंद। सब सुनने वालों पर तेरी आशीष को मांगते हैं खुदावंद, जिन्होंने सुना और जो सुने खुदावंद, हर एक ज़िंदगी को आत्मिक उन्नति और तरक्की के लिए तू सामर्थ्य दे पिता, ताकि वो अनंत जीवन जो तेरे बेटे मसीह यस्सु में है हर एक ज़िंदगी उसे पा सके। हर ज़िंदगी को तेरे मुबारक हाथों में देते और तेरी रहमत को मांग लेते हैं। इस दुआ को अपने प्यारे प्रभु मसीह यस्सु के नाम में मांगते हैं, आमीन। अब हमारे खुदा यस्सु मसीह का फजल, खुदा बाप की मोहब्बत, पाक रूह की संगत अब से लेकर हमेशा तक उसके तमाम लोगों के साथ बनी रहे, आमीन आमीन। सबको जय मसीह।